ਦੇ ਮਾਲਕਾਂ ਦੇ ਵੱਲੋਂ ਉਸ ਨੂੰ ਇੰਨੇ ਅਣਮਨੁੱਖੀ ਤਸ਼ੱਦਦ ਉਸ ਦੇ ਉੱਤੇ ਕੀਤਾ ਗਿਆ ਕਿ ਉਸ ਦੇ ਨਾ ਸਿਰਫ ਪੂਰੇ ਸਰੀਰ ਦੇ ਉੱਤੇ ਹਥਿਆਰਾਂ ਦੇ ਨਾਲ ਸੱਟਾਂ ਲਾਈਆਂ ਬਲਕਿ ਉਸ ਦੇ ਜ਼ਖਮਾਂ ਦੇ ਉੱਤੇ ਨਮਕ ਲਾ ਕੇ ਉਸ ਨੂੰ ਦਰਦ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ। 10 ਵਜੇ ਆਣ ਕੇ ਵੇਖਿਆ ਵੀ ਢਾਬਾ ਕੋਈ ਨਹੀਂ ਖੁੱਲ੍ਹਾ ਲੋਕਡਾਊਨ ਕਰਕੇ। ਮੈਂ ਗੱਡੀ ਲੈ ਗਿਆ ਘਰੇ ਤੇ ਮੈਂ ਗਿਆ ਵੀ ਭਾਜੀ ਦਾ ਨਾਂ ਅਗਲੇ ਦਾ ਵੀ ਮੈਂ ਇੱਥੇ ਆ ਗਿਆ ਵਾਂ ਤੇ ਮੈਂ ਘਰੇ ਰੋਟੀ ਖਾਣ ਚੱਲਾਂ। ਉਹ ਨਿਕਲਿਆ ਆਪਣੇ ਕਮਰੇ 'ਚੋਂ ਨਿਕਲ ਕੇ ਤੇ ਮੈਂ ਗੱਡੀ ਦੀ ਤਰਫ ਜਾ ਹੀ ਰਿਹਾ ਸੀ। 100 ਮੀਟਰ ਗਿਆ ਘਰ ਤੋਂ, ਇਹਨਾਂ ਨੇ ਅੱਗੇ ਗੱਡੀ ਆਪਣੀ ਲਾਈ ਹੋਈ ਸੀ ਮੇਰੇ ਮਾਲਕਾਂ ਨੇ, ਸੱਤ ਕਰਤਾਰ ਵਾਲਿਆਂ ਨੇ। ਇੰਨੀ ਗੱਲ ਕਹਿੰਦਾ ਨਹੀਂ ਤੂੰ ਫੋਨ ਤੇ ਬਹੁਤ ਬੋਲਦਾ ਇੱਦਾਂ ਉੱਦਾਂ। ਮੈਂ ਬੋਲਦਾ ਭਾਈ ਜਦੋਂ ਤੁਸੀਂ ਗਾਲਾਂ ਕੱਢਣੀਆਂ ਤਾਂ ਬੋਲਣਾ ਹੀ ਹੈ। ਜਦੋਂ ਇੰਨੀ ਗੱਲਬਾਤ ਹੋਈ ਉਸ ਤੋਂ ਬਾਅਦ ਜੀ ਇਹਨੇ ਮੇਰੇ ਬੇਸਬਾਲ ਮਾਰੇ, 2 ਵਾਰ ਬੇਸਬਾਲ ਮਾਰੇ। ਮੈਂ ਭਾਜੀ ਬੇਸਬਾਲ ਨਾ ਮਾਰੋ। ਉਸ ਤੋਂ ਬਾਅਦ ਜੀ ਇਹਨੇ ਕੀ ਚਾਕੂ ਮੰਗਾਇਆ ਮਨੀਮ ਕੋਲੋਂ, ਚਾਕੂ ਲਿਆ ਕੇ ਮੇਰੇ ਵਾਰ ਕੀਤੇ ਇੱਥੇ ਮਗਰ ਬਾਹਰ ਪਿੱਛੇ ਪਿੰਨੀਆਂ ਦੇ ਉੱਤੇ ਪੱਟਾਂ ਦੇ ਉੱਤੇ ਵਾਰ ਕਰਕੇ ਫਿਰ ਮੈਨੂੰ ਕਹਿੰਦਾ ਹੁਣ ਰੌਲਾ ਪਾ ਜੀ। ਫਿਰ ਇਹਨੇ ਲੂਣ ਮੰਗਾਇਆ, ਲੂਣ ਪਾ ਕੇ ਮੇਰੇ ਜ਼ਖਮਾਂ ਦੇ ਉੱਤੇ ਲੂਣ ਲਾਇਆ। ਫਿਰ ਕਹਿੰਦਾ ਮੈਨੂੰ ਕਹਿੰਦਾ ਹੁਣ ਚੀਕੇਂਗਾ ਹੀ। ਮੈਂ ਕਿਹਾ ਨਹੀਂ ਮੈਂ ਹੁਣ ਵੀ ਨਹੀਂ ਚੀਕਣਾ ਹੈਗਾ। ਜਦੋਂ ਫਿਰ ਮੈਂ ਬੇਹੋਸ਼ ਹੋ ਗਿਆ, ਇਹ ਮੈਨੂੰ ਘੰਟੇ ਡੇਢ ਬਾਅਦ ਮੁੜ ਕੇ ਜਾ ਕੇ ਉੱਥੇ ਹੀ ਸੁੱਟਾ ਹੈ ਜਿੱਥੋਂ ਚੁੱਕ ਕੇ ਲਿਆਂਦਾ ਹੈ। ਸਵੇਰੇ ਫਿਰ ਥਾਣੇ ਦਾ ਨਾ ਪਤਾ ਲੱਗੇ ਕਿਹੜੇ ਥਾਣੇ ਰਿਪੋਰਟ ਲਿਖਾਉਣੀ। ਉਹ ਕਹਿਣ ਉਹ ਥਾਣੇ 'ਚ ਲਿਖੀ ਜਾਣੀ, ਉਹ ਕਹਿੰਦੇ ਉਹ ਥਾਣੇ 'ਚ ਲਿਖੀ ਜਾਣੀ ਹੈ। ਕੀ ਗਲਤੀ ਕੀ ਹੈ ਤੁਸੀਂ ਪੁੱਛੀ ਇਹਨਾਂ ਨੂੰ ਮੇਰੀ ਗਲਤੀ ਕੀ ਹੈ? ਇਹਨਾਂ ਨੇ ਇਸੇ ਮਜਬੂਰੀ ਕਰਕੇ ਜਿਹੜੇ ਮਰਜ਼ੀ ਡਰਾਈਵਰ ਨੂੰ ਕੁੱਟ ਲੈਣਾ, ਕਿਸੇ ਦੀ ਪੈਸੇ ਤਨਖਾਹ ਨਹੀਂ ਦੇਣੀ ਹੈਗੀ, ਕਿ ਮਾਲ ਭੇਜ ਗਿਆ। ਮਾਲ ਜੇ ਹੁਣ ਇਹਨਾਂ ਦਾ ਮਾੜਾ ਹੋਊਗਾ, ਜੇ ਤਰਪਾਲਾਂ ਮਾੜੀਆਂ ਹੋਣਗੀਆਂ, ਮਾਲ ਭੇਜ ਗਿਆ ਉਹਦੇ ਨਾਲ ਪੈਸੇ ਪਾ ਕੇ ਉਹਦੇ ਪੈਸੇ ਕੱਟ ਲੈਣੇ ਆ। ਇਹਨਾਂ ਨੂੰ ਪਤਾ ਹੈਨਰੀ ਸਾਹਿਬ ਦਾ ਮਗਰ ਹੱਥ ਸਾਡੇ, ਉਹ ਕਹਿੰਦੇ ਸਿੱਧਾ ਕਹਿੰਦੇ ਹੈਨਰੀ ਸਾਹਿਬ ਤੁਹਾਡੇ ਮਗਰ ਹੱਥ ਹੈ ਤੇ ਇਸ ਕਰਕੇ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਹੈ। ਓਵਰਲੋਡ ਮਾਲ ਪਾ ਕਿੱਥੋਂ ਡਰਾਈਵਰ ਰੋਕ ਲੂਗਾ? ਜੇ ਓਵਰਲੋਡ 'ਚ ਫੜਿਆ ਜਾਂਦਾ ਡਰਾਈਵਰ 3 ਵਾਰੀ ਫੜਿਆ ਗਿਆ, ਤੀਜੀ ਵਾਰੀ ਦੇ ਵਿੱਚ ਜੀ ਲਾਇਸੈਂਸ ਕੈਂਸਲ ਹੈ। ਗ੍ਰਿਫਤਾਰੀ ਹੋਈ ਸੀ ਜੀ, ਇੱਕ ਦਿਨ ਕੀਤਾ ਹੈਗਾ ਜੀ ਇਹਨਾਂ ਨੇ, ਮੁੜ ਕੇ ਉਹਨੂੰ ਪਤਾ ਲੱਗਾ ਜੀ ਛੱਡ ਦਿੱਤਾ। ਹੈਨਰੀ ਸਾਹਿਬ ਦਾ ਦਬਾਅ ਆਇਆ ਤੇ ਉਹਨਾਂ ਨੂੰ ਛੱਡਤਾ ਹੈ। ਜਦੋਂ ਸੱਟਾਂ ਲੱਗਿਆ ਫੋਨ ਆਇਆ, ਫਿਰ ਅਸੀਂ ਗਏ ਜਾ ਕੇ ਵੇਖਿਆ, ਸਾਡੇ ਕੋਲ ਵੇਖਿਆ ਨਹੀਂ ਗਿਆ। ਨਮਕ ਪਾਇਆ, ਫਿਰ ਆਖਿਆ ਚੀਕਾ ਮਾਰ, ਇੱਦਾਂ ਕਰ ਉੱਦਾਂ ਕਰ, ਭਈ ਬਹੁਤ ਪੁੱਤਰ ਦੀ ਮਾੜੀ ਹਾਲਤ ਕੀਤੀ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਹੋ। ਮੈਂ ਹਾਂ ਸੁਖਵਿੰਦਰ ਸਿੰਘ। ਟਰੱਕਾਂ ਵਾਲੇ ਬਹੁਤ ਸਾਰੇ ਵੀਰ 24-24 ਘੰਟੇ ਲੰਬੇ ਰੂਟਾਂ ਦੇ ਉੱਤੇ ਆਪਣੀ ਮਿਹਨਤ ਕਰਦੇ ਨੇ, ਦਿਨ ਰਾਤ ਇੱਕ ਕਰਕੇ। ਨਾ ਸਿਰਫ ਆਪਣੇ ਮਾਲਕਾਂ ਦੇ ਖਜ਼ਾਨੇ ਭਰਦੇ ਨੇ ਬਲਕਿ ਆਪਣੇ ਪਰਿਵਾਰਾਂ ਦੇ ਪੇਟ ਭਰਨ ਦੇ ਨਾਲ ਉਹ ਸਾਡੇ ਵਰਗੇ ਲੋਕਾਂ ਤੱਕ ਵੀ ਖਾਣ ਪੀਣ ਦੀਆਂ ਵਸਤੂਆਂ ਪਹੁੰਚਾਉਂਦੇ ਨੇ। ਪਰ ਇਹਨਾਂ ਟਰੱਕ ਵੀਰਾਂ ਦੇ ਨਾਲ ਕਈ ਵਾਰ ਮਾਲਕਾਂ ਦੇ ਵੱਲੋਂ ਕੋਈ ਛੋਟੀ ਮੋਟੀ ਗਲਤੀ ਨੂੰ ਦੇਖਦਿਆਂ ਹੋਏ, ਨਾ ਸਹਾਰਦੇ ਹੋਏ, ਕਈ ਵਾਰ ਜਿਹੜਾ ਉਹ ਰਵੱਈਆ ਹੈ ਅਣਮਨੁੱਖੀ ਤਸ਼ੱਦਦ ਵੀ ਇਹਨਾਂ ਡਰਾਈਵਰਾਂ ਦੇ ਉੱਤੇ ਢਾ ਦਿੱਤਾ ਜਾਂਦਾ ਹੈ। ਤਾਜ਼ਾ ਮਾਮਲਾ ਪਿੰਡ ਹਮੀਰਾ ਤੋਂ ਸਾਹਮਣੇ ਆਇਆ, ਜਿੱਥੇ ਇੱਕ ਟਰੱਕ ਵਾਲੇ ਵੀਰ ਨੂੰ ਦੇ ਇਲਜ਼ਾਮ ਨੇ ਕਿ ਉਸ ਦੇ ਮਾਲਕਾਂ ਦੇ ਵੱਲੋਂ ਉਸ ਨੂੰ ਇੰਨੇ ਅਣਮਨੁੱਖੀ ਤਸ਼ੱਦਦ ਉਸ ਦੇ ਉੱਤੇ ਕੀਤਾ ਗਿਆ ਕਿ ਉਸ ਦੇ ਨਾ ਸਿਰਫ ਪੂਰੇ ਸਰੀਰ ਦੇ ਉੱਤੇ ਹਥਿਆਰਾਂ ਦੇ ਨਾਲ ਸੱਟਾਂ ਲਾਈਆਂ ਬਲਕਿ ਉਸ ਦੇ ਜ਼ਖਮਾਂ ਦੇ ਉੱਤੇ ਨਮਕ ਲਾ ਕੇ ਉਸ ਨੂੰ ਦਰਦ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਸਾਡੇ ਨਾਲ ਪੀੜਤ ਟਰੱਕ ਡਰਾਈਵਰ ਵੀਰ ਹੈ। ਬਾਈ ਜੀ ਕੀ ਨਾਂ ਤੁਹਾਡਾ? ਸਤਨਾਮ ਸਿੰਘ ਜੀ। ਸਤਨਾਮ ਸਿੰਘ ਜੀ, ਇਹ ਸਾਰਾ ਹਾਦਸਾ ਕਿਵੇਂ ਹੋਇਆ? ਕਿੱਥੋਂ ਇਹ ਗੱਲਬਾਤ ਸ਼ੁਰੂ ਹੋਈ? ਕਿਉਂ ਤੁਹਾਡੇ ਮਾਲਕਾਂ ਨੇ ਤੁਹਾਨੂੰ ਇੰਨਾ ਮਾਰਿਆ ਕੁੱਟਿਆ? ਔਰ ਤੁਸੀਂ ਦੱਸ ਦਿਓ ਵੀ ਲੂਣ ਤੱਕ ਵੀ ਤੁਹਾਡੇ ਜ਼ਖਮਾਂ 'ਤੇ ਲਗਾਇਆ। ਗੱਲਬਾਤ ਜੀ ਇਹ ਹੈ ਜੀ, ਮੈਂ ਦਿਨੇ ਗੱਡੀ ਲੈ ਕੇ ਆਇਆ, ਠੀਕ ਹੈ। ਦਿਨੇ ਗੱਡੀ ਲੈ ਕੇ ਮਾਲ ਓਵਰਲੋਡ ਇਹ ਪਾਉਂਦੇ, ਸਾਡਾ ਥੋੜ੍ਹੀ ਕਸੂਰ ਹੈ। ਜੇ ਅਸੀਂ ਫੜੇ ਜਾਵਾਂਗੇ ਤੇ 2 ਵਾਰੀ ਫੜੇ ਗਏ, ਤੀਜੀ ਵਾਰੀ ਫੜੇ ਗਏ ਤੁਹਾਡਾ ਲਾਇਸੈਂਸ ਰੱਦ ਹੋ ਜਾਣਾ, ਠੀਕ ਹੈ। ਇਸ ਕਰਕੇ ਚਲੋ ਜੀ ਮੈਂ ਗੱਡੀ ਲੈ ਕੇ ਆਇਆ, ਚਲੋ ਠੀਕ ਹੈ ਵੀ ਗੱਡੀ ਰਾਤ ਖੜੀ ਰਹੀ ਤੇ ਚਲ ਮੈਂ ਸਵੇਰੇ ਤੜਕੇ ਲੈ ਕੇ ਆ ਗਿਆ। ਮੈਂ ਸ਼ਾਮੀ ਇੱਥੇ ਪਹੁੰਚ ਗਿਆ 4 ਵਜੇ ਮੰਜੀ ਸਾਹਿਬ ਗੁਰਦੁਆਰੇ। ਇਹ ਕਹਿੰਦੇ ਵੀ ਤੁਸੀਂ ਰੁਕ ਜਾਓ ਇੱਥੇ। ਮੈਂ ਰੁਕ ਗਿਆ। 8 ਵਜੇ ਫੋਨ ਆਇਆ, ਕਹਿੰਦੇ ਵੀ ਤੂੰ ਤੁਰ ਪਿਆ। ਮੈਂ ਤੁਰ ਪਿਆ, ਚਲੋ ਠੀਕ ਹੈ। ਇਹਨਾਂ ਨੂੰ ਮੈਂ 10 ਵਜੇ ਆਣ ਕੇ ਵੇਖਿਆ ਵੀ ਢਾਬਾ ਕੋਈ ਨਹੀਂ ਖੁੱਲ੍ਹਾ ਲੋਕਡਾਊਨ ਕਰਕੇ। ਮੈਂ ਗੱਡੀ ਲੈ ਗਿਆ ਘਰੇ ਤੇ ਮੈਂ ਗਿਆ ਵੀ ਭਾਜੀ ਦਾ ਨਾਂ ਅਗਲੇ ਦਾ ਵੀ ਮੈਂ ਇੱਥੇ ਆ ਗਿਆ ਵਾਂ ਤੇ ਮੈਂ ਘਰੇ ਰੋਟੀ ਖਾਣ ਚੱਲਾਂ। ਤੇ ਮੈਂ ਰੋਟੀ ਖਾਂਦੇ ਚਲੋ ਘੰਟਾ ਡੇਢ ਲੱਗ ਗਿਆ। ਮੈਨੂੰ ਇਹਨਾਂ ਦਾ 11 ਸਵਾ 11 ਵਜੇ ਦੇ ਕਰੀਬ ਫੋਨ ਆਇਆ, ਕਹਿੰਦੇ ਵੀ ਗੱਡੀ JMP 'ਚ ਖਾਲੀ ਹੋਣੀ ਤੇ ਤੂੰ ਲਿਆ ਕੇ ਗੱਡੀ ਖਾਲੀ ਕਰ ਉੱਥੇ। ਮੈਂ ਕਿਹਾ ਚਲ ਠੀਕ ਹੈ ਭਾਜੀ ਮੈਂ ਆ ਜਾਂਦਾ। ਮੈਂ ਉੱਥੋਂ ਨਿਕਲਿਆ ਆਪਣੇ ਕਮਰੇ 'ਚੋਂ ਨਿਕਲ ਕੇ ਤੇ ਮੈਂ ਗੱਡੀ ਦੀ ਤਰਫ ਜਾ ਹੀ ਰਿਹਾ ਸੀ। 100 ਮੀਟਰ ਗਿਆ ਘਰ ਤੋਂ, ਇਹਨਾਂ ਨੇ ਅੱਗੇ ਗੱਡੀ ਆਪਣੀ ਲਾਈ ਹੋਈ ਸੀ ਮੇਰੇ ਮਾਲਕਾਂ ਨੇ, ਸੱਤ ਕਰਤਾਰ ਵਾਲਿਆਂ ਨੇ। ਇਹਨਾਂ ਨੇ ਚੁੱਕ ਕੇ ਮੈਨੂੰ 4 ਜਣਿਆਂ ਨੇ ਵਿੱਚ ਸੁੱਟਿਆ। ਇੱਕ ਹੀ ਮੁੰਡਾ ਮਣੀ ਜਿਹੜਾ ਮੇਰਾ ਮਾਲਕ ਹੈ, ਇੱਕ ਹਣੀ, ਇੱਕ ਛੋਟੂ ਮਨੀਮ, ਇੱਕ ਡਰਾਈਵਰ ਅਸ਼ਵਨੀ ਸੀ। ਉਹ ਇਹਨਾਂ ਨੇ ਚੁੱਕ ਕੇ ਮੈਨੂੰ ਵਿੱਚ ਸੁੱਟਿਆ, ਠੀਕ ਹੈ। ਤੇ ਅਸ਼ਵਨੀ ਡਰਾਈਵਰ ਨੂੰ ਕਹਿੰਦੇ ਵੀ ਤੂੰ ਗੱਡੀ ਲੈ ਕੇ ਮਗਰ ਆ ਜਾ ਤੇ ਅਸੀਂ ਇਹਨੂੰ ਲੈ ਕੇ ਜਾਂਦੇ ਹਾਂ। ਮੈਨੂੰ ਉੱਥੇ ਲੈ ਕੇ ਜਾ ਕੇ ਮੈਨੂੰ ਕਹਿੰਦੇ ਵੀ ਤੂੰ ਬੋਲਦਾ ਬਹੁਤ ਇੱਦਾਂ ਉੱਦਾਂ, ਤੂੰ ਗੱਡੀ ਦਿਨੇ ਇੱਦਾਂ ਉੱਦਾਂ ਲੈ ਕੇ ਆਇਆ, ਮਤਲਬ ਬਹੁਤ ਗਲਤ ਹੈ, ਤੂੰ ਗੱਡੀ ਘਰੇ ਵੀ ਲੈ ਗਿਆ। ਤੇ ਜਦੋਂ ਇੰਨੀ ਗੱਲਬਾਤ ਕਰਨ ਦੇ ਬਾਅਦ ਮੈਂ ਭਾਜੀ ਫਿਰ ਕੀ ਹੋ ਗਿਆ ਵੀ ਚਲੋ ਕੰਮ ਮਾੜੇ ਮੋਟੇ ਹੁੰਦੇ ਰਹਿੰਦੇ, ਕੋਈ ਨਹੀਂ ਫਿਰ ਕੀ ਹੋ ਗਿਆ, ਚਲੋ ਗਲਤੀ ਹੋ ਗਈ। ਇੰਨੀ ਗੱਲ ਕਹਿੰਦਾ ਨਹੀਂ ਤੂੰ ਫੋਨ ਤੇ ਬਹੁਤ ਬੋਲਦਾ ਇੱਦਾਂ ਉੱਦਾਂ। ਮੈਂ ਬੋਲਦਾ ਭਾਜੀ ਜਦੋਂ ਤੁਸੀਂ ਗਾਲਾਂ ਕੱਢਣੀਆਂ ਤਾਂ ਬੋਲਣਾ ਹੀ ਹੈ। ਜਦੋਂ ਇੰਨੀ ਗੱਲਬਾਤ ਹੋਈ ਉਸ ਤੋਂ ਬਾਅਦ ਜੀ ਇਹਨੇ ਮੇਰੇ ਬੇਸਬਾਲ ਮਾਰੇ, 2 ਵਾਰ ਬੇਸਬਾਲ ਮਾਰੇ। ਮੈਂ ਭਾਜੀ ਬੇਸਬਾਲ ਨਾ ਮਾਰੋ, ਚਲ ਜੋ ਕੁਛ ਹੋ ਗਿਆ ਹੋ ਗਿਆ।
ਉਸ ਤੋਂ ਬਾਅਦ ਕਹਿੰਦਾ ਤੂੰ ਹਜੇ ਵੀ ਬੋਲਣੋਂ ਨਹੀਂ ਮੁੜਦਾ ਹੈਗਾ ਵੀ ਚੁੱਪ ਰਹਾ, ਇੱਦਾਂ ਹੀ ਮੇਰੇ ਮੂਹਰੇ ਕੋਈ ਡਰਾਈਵਰ ਬੋਲਿਆ ਨਹੀਂ, ਤੈਨੂੰ ਪਤਾ ਨਹੀਂ ਮੈਂ ਕਿਹਦਾ ਬੰਦਾ ਤੇ ਕਿਹਦਾ ਨਹੀਂ ਗਾ। ਠੀਕ ਹੈ, ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ, ਮੈਂ ਕਿਹਾ ਇਹ ਬੰਦਾ ਹੋਇਆ ਤੂੰ ਹੁਣ ਮੈਨੂੰ ਮਾਰ ਥੋੜੀ ਦੇਣਾ ਹੈ। ਉਸ ਤੋਂ ਬਾਅਦ ਜੀ ਇਹਨੇ ਕੀ ਚਾਕੂ ਮੰਗਾਇਆ ਮਨੀਮ ਕੋਲੋਂ, ਚਾਕੂ ਲਿਆ ਕੇ ਮੇਰੇ ਵਾਰ ਕੀਤੇ ਇੱਥੇ ਮਗਰ ਵਾਰ, ਪਿੱਛੇ ਪਿੰਨੀਆਂ ਦੇ ਉੱਤੇ, ਪੱਟਾਂ ਦੇ ਉੱਤੇ ਵਾਰ ਕਰਕੇ ਫਿਰ ਮੈਨੂੰ ਕਹਿੰਦਾ ਹੁਣ ਰੌਲਾ ਪਾ ਉੱਚੀ ਉੱਚੀ। ਮੈਂ ਕਿਹਾ ਨਹੀਂ ਹੁਣ ਨਹੀਂ ਮੈਂ ਪਾਉਣਾ ਹੈਗਾ। ਫਿਰ ਇਹਨੇ ਲੂਣ ਮੰਗਾਇਆ, ਲੂਣ ਪਾ ਕੇ ਮੇਰੇ ਜ਼ਖਮਾਂ ਦੇ ਉੱਤੇ ਲੂਣ ਲਾਇਆ। ਫਿਰ ਕਹਿੰਦਾ ਮੈਨੂੰ, ਕਹਿੰਦਾ ਹੁਣ ਚੀਕੇਂਗਾ ਹੀ। ਮੈਂ ਕਿਹਾ ਨਹੀਂ ਮੈਂ ਹੁਣ ਵੀ ਨਹੀਂ ਚੀਕਣਾ ਹੈਗਾ। ਜਦੋਂ ਫਿਰ ਮੈਂ ਬੇਹੋਸ਼ ਹੋ ਗਿਆ, ਇਹ ਮੈਨੂੰ ਘੰਟੇ ਡੇਢ ਬਾਅਦ ਮੁੜ ਕੇ ਜਾ ਕੇ ਉੱਥੇ ਹੀ ਸੁੱਟਾ ਜਿੱਥੇ ਚੁੱਕ ਕੇ ਲਿਆਂਦਾ ਏ। ਉਸ ਤੋਂ ਬਾਅਦ ਪਤਾ ਨਹੀਂ ਮੈਨੂੰ 15 ਕਿ 20 ਮਿੰਟ ਬਾਅਦ ਕਿਤੇ ਹੋਸ਼ ਆਈ। ਮੈਂ ਹੌਲੀ ਹੌਲੀ ਰਿੜਦਾ ਗੋਡਿਆਂ ਦੇ ਭਾਰ ਜਿੱਦਾਂ ਮਰਜ਼ੀ, ਮਤਲਬ ਆਪਣੇ ਘਰ ਦੇ ਪਹੁੰਚਾ, ਘਰੇ ਜਾ ਕੇ ਗੇਟ ਖੜਕਾਇਆ, ਘਰ ਦੀ ਮੇਰੀ ਬਾਹਰ ਨਿਕਲੀ। ਫਿਰ ਇੱਦਾਂ 3 ਵਜੇ ਦਾ ਟਾਈਮ ਹੀ ਜਦੋਂ ਮੈਂ ਘਰੇ ਪਹੁੰਚਿਆ, ਮੁੜ ਕੇ ਰਾਤ ਸਾਰੀ ਮੈਂ ਇੱਦਾਂ ਪਿਆ ਰਿਹਾ। ਸਵੇਰੇ ਮੇਰੇ ਮਾਤਾ ਪਿਤਾ ਇੱਥੋਂ ਗਏ ਹਮੀਰੇ ਤੋਂ, ਸਵੇਰੇ ਫਿਰ ਥਾਣੇ ਦਾ ਨਾ ਪਤਾ ਲੱਗੇ ਕਿਹੜੇ ਥਾਣੇ ਰਿਪੋਰਟ ਲਿਖਾਉਣੀ, ਉਹ ਕਹਿਣ ਉਹ ਥਾਣੇ 'ਚ ਲਿਖੀ ਜਾਣੀ, ਉਹ ਕਹਿੰਦੇ ਉਹ ਥਾਣੇ 'ਚ ਲਿਖੀ ਜਾਣੀ ਹੈ। ਜਦੋਂ ਦਾ ਨਾਂ ਅਗਲੇ ਦਾ ਆਪਣਾ ਥਾਣੇ ਵਾਲੇ ਕੋਲ ਗਏ, 8 ਨੰਬਰ ਚੌਂਕੀ ਵਾਲੇ ਕਹਿੰਦੇ ਮੁੰਡੇ ਦਾ ਇਲਾਜ ਤੇ ਕਰਾਓ, ਤੁਸੀਂ ਵੀ ਰਾਤ ਦਾ ਮੁੰਡਾ ਦਾ ਵੱਢਿਆ ਪਿਆ ਏ ਤੇ ਇਹਦਾ ਖੂਨ ਤੇ ਸਾਰਾ ਨੁੱਚੜ ਗਿਆ ਏ ਤੇ ਸਾਨੂੰ ਮਰਨ ਵਾਲਾ ਹੋਇਆ ਪਿਆ ਏ, ਅੱਖਾਂ ਮੀਟਣ ਡਿਆ। ਫਿਰ ਚਲੋ ਜੋ ਲੈ ਗਏ ਮੈਨੂੰ ਉੱਥੇ ਹਸਪੀਟਲ 'ਤੇ, ਉਹਨਾਂ ਨੇ ਇਲਾਜ ਲੂਜ ਕੀਤਾ, ਟੰਕੇ ਟੁੰਕੇ ਲਾਏ, ਉਹਨਾਂ ਪਰਚਾ ਕੱਟ ਕੇ ਤੇ ਉਹਨਾਂ ਦਿੱਤਾ। ਫਿਰ ਬਾਅਦ ਦੇ ਵਿੱਚ ਨਾ ਸਾਰਿਆਂ ਥਾਣਿਆਂ ਸਲਾਹ ਕਰਕੇ ਕਹਿੰਦੇ 1 ਨੰਬਰ ਚੌਂਕੀ ਦੇ ਏਰੀਏ ਦੇ ਵਿੱਚ ਉਹ ਆਉਂਦਾ ਦਾ ਨਾਂ ਅਗਲੇ ਦਾ, ਤੇ ਤੁਸੀਂ ਉੱਥੇ ਪਰਚਾ ਆਪਣਾ ਉੱਥੇ ਬਿਆਨ ਜੋ ਵੀ ਲਿਖਾਉਣੇ ਉੱਥੇ ਲਿਖਾਓ, ਉੱਥੇ ਲਿਖਾਓ। ਇਹ ਸਾਰਾ ਤੁਹਾਡੇ ਉੱਤੇ ਉਦੋਂ ਤੁਹਾਨੂੰ ਬੇਸਪੈਟਾਂ ਦੇ ਨਾਲ ਮਾਰਿਆ ਗਿਆ, ਤੁਸੀਂ ਰੋਕਦੇ ਹੋਵੋਗੇ ਵੀ ਮੈਨੂੰ ਛੱਡ ਦਿਓ, ਕੀ ਗਲਤੀ ਕੀ ਹੈ? ਤੁਸੀਂ ਪੁੱਛੀ ਉਹਨਾਂ ਨੂੰ ਮੇਰੀ ਗਲਤੀ ਕੀ ਹੈ? ਇਹੋ ਹੀ ਤਾਂ ਗੱਲ ਮੈਂ ਕਹਿੰਦਾ ਤੂੰ ਬੋਲਦਾ ਬੰਦਾ ਬਹੁਤ ਜ਼ਿਆਦਾ, ਇੱਥੇ ਮੇਰੇ ਮੂਹਰੇ ਕੋਈ ਡਰਾਈਵਰ ਬੋਲਿਆ ਨਹੀਂ, ਅੱਗੇ 1-2 ਡਰਾਈਵਰਾਂ ਦੀ ਬਾਂਹ ਬੂਹ ਤੋੜੀ ਏ, 1-2 ਡਰਾਈਵਰਾਂ ਦੇ ਅੱਗੇ ਬਾਂਹ ਬੂਹ ਤੋੜੀ, ਉਹਨਾਂ ਕੁਛ ਬੋਲਿਆ ਨਹੀਂ ਹੈਗਾ। ਕਿਸੇ ਕੋਈ ਮਜਬੂਰੀ ਹੁੰਦੀ ਘਰ ਦੀ, ਹੁਣ ਜਿੱਦਾਂ ਮੇਰੀਆਂ 2 ਕੁੜੀਆਂ, ਇੱਦਾਂ ਕਿਸੇ ਹੋਰ ਦੇ ਵੀ ਹੋ ਸਕਦੇ ਵੀ ਨਿਆਣੇ ਦਾ ਨਾ ਅਗਲੇ ਦਾ, ਕੋਈ ਘਰੋਂ ਵੀ ਇਕੱਲਾ ਹੀ ਕਮਾਉਣ ਵਾਲਾ ਹੁੰਦਾ, ਕੋਈ 2 ਜਣੇ ਹੁੰਦੇ ਆ। ਇਹਨਾਂ ਨੇ ਇਸੇ ਮਜਬੂਰੀ ਕਰਕੇ ਜਿਹੜੇ ਮਰਜ਼ੀ ਡਰਾਈਵਰ ਨੂੰ ਕੁੱਟ ਲੈਣਾ, ਕਿਸੇ ਦੀ ਪੈਸੇ ਤਨਖਾਹ ਨਹੀਂ ਦੇਣੀ ਹੈਗੀ, ਕਿਸੇ ਮਾਲ ਭੇਜ ਗਿਆ, ਮਾਲ ਜੇ ਹੁਣ ਇਹਨਾਂ ਦਾ ਮਾੜਾ ਹੋਊਗਾ, ਜੇ ਤਰਪਾਲਾਂ ਮਾੜੀਆਂ ਹੋਣਗੀਆਂ, ਮਾਲ ਭੇਜ ਗਿਆ, ਉਹਦੇ ਨਾਲ ਪੈਸੇ ਪਾ ਕੇ ਉਹਦੇ ਪੈਸੇ ਕੱਟ ਲੈਣੇ ਆ, ਮੁੜ ਕੇ ਉਹਨੂੰ ਉੱਦਾਂ ਭੇਜ ਦੇਣਾ, ਕੋਈ ਨੌਕਰੀ ਕਰਾਈ ਜਾਣੀ, ਧੱਕੇ ਨਾਲ ਉਹਨੂੰ ਰੱਖੀ ਜਾਣਾ। ਜੇ ਅਗਲਾ ਬੋਲੂਗਾ ਤਾਂ ਅਗਲੇ ਨੂੰ ਕੁੱਟਣਾ। ਫਿਰ ਇਹਨਾਂ ਨੂੰ ਪਤਾ ਹੈਨਰੀ ਸਾਹਿਬ ਦਾ ਮਗਰ ਹੱਥ ਸਾਡੇ, ਉਹ ਕਹਿੰਦੇ ਸਿੱਧਾ ਕਹਿੰਦੇ ਹੈਨਰੀ ਸਾਹਿਬ ਸਾਡੇ ਮਗਰ ਹੱਥ ਹੈ, ਤੇ ਇਸ ਕਰਕੇ ਸਾਨੂੰ ਕੋਈ ਹੱਥ ਨਹੀਂ ਪਾ ਸਕਦਾ ਹੈਗਾ। ਕੌਣ ਹੈਨਰੀ ਨੇ? ਜਿਹੜੇ ਤੁਸੀਂ ਕਾਂਗਰਸ ਦੇ ਲੀਡਰ ਅਵਤਾਰ ਹੈਨਰੀ, ਉਹਨਾਂ ਦੀ ਗੱਲ ਕਰਦੇ? ਹਾਂਜੀ ਉਹਨਾਂ ਦੀ, ਇਹਨਾਂ ਨੇ ਉਤਨਾ ਮਾਰਕਾ ਵੀ ਉਹਨਾਂ ਦੇ ਲਵਾਇਆ ਜੀ, ਕਰਤਾਰ ਦਾ ਹੀ। ਗੱਡੀਆਂ ਸਾਰੀਆਂ ਦੇ ਉੱਤੇ 25 ਗੱਡੀਆਂ, 25 ਦੇ ਉੱਤੇ ਕਰਤਾਰ ਹੈਨਰੀ ਦਾ ਇਹ ਮਾਰਕਾ ਲੱਗਾ ਹੋਇਆ। ਹਾਂਜੀ 7 ਕਰਤਾਰ, ਮਤਲਬ ਕਰਤਾਰ ਵਾਲਿਆਂ ਦਾ, ਇਕੱਲਾ ਕਰਤਾਰ ਵਾਲਿਆਂ ਦਾ ਮਾਰਕਾ ਲਾਇਆ ਉੱਤੇ, 7 ਕਰਤਾਰ ਨਹੀਂ ਲਿਆ, ਇਕੱਲਾ ਕਰਤਾਰ ਦਾ ਹੀ ਮਾਰਕਾ ਲਾਇਆ ਹੋਇਆ। ਕੋਈ ਪੁਲਿਸ ਵਾਲਾ ਵੀ ਕੋਈ ਰੋਕਦਾ ਤੇ ਕਹਿੰਦੇ ਤੁਸੀਂ ਇਹੋ ਕਹੋ ਵੀ 7 ਕਰਤਾਰ ਵਾਲਿਆਂ ਦੀ ਗੱਡੀ ਹੈ, ਬਸ ਹੈਨਰੀ ਸਾਹਿਬ ਦੀ ਗੱਡੀ ਹੈ ਤੇ ਸਾਡੀ ਗੱਲ ਕਰਾ ਦਿਓ। ਅੱਛਾ ਭਾਈ, ਕਦੋਂ ਦੀ ਤੁਸੀਂ ਇਹਨਾਂ ਦੇ ਕੋਲ ਨੌਕਰੀ ਕਰ ਰਹੇ ਹੋ? ਕਿੰਨੀ ਤਨਖਾਹ ਦੇ ਉੱਤੇ ਨੌਕਰੀ ਕਰ ਰਹੇ ਹੋ? ਭਾਜੀ ਮੈਨੂੰ ਹੋਏ ਇਹਨਾਂ 25 ਦਿਨ ਹੀ ਹੋਏ ਜੇ ਲੱਗਿਆਂ ਨੂੰ, ਤੇ ਆਪਾਂ ਇੱਦਾਂ ਹੀ ਕਦੀ ਕਿਸੇ ਕੋਲ ਗੱਲ ਸੁਣੀ ਨਹੀਂ ਹੈਗੀ, ਸਿੱਧੀ ਗੱਲ ਵੀ ਨਾ ਆਪਾਂ ਕਦੀ ਗੱਲ ਸੁਣੀ, ਨਾ ਕਿਸੇ ਨੂੰ ਕੱਢੀ ਹੈ, ਮਾੜਾ ਨਾ ਕਿਸੇ ਨਾਲ ਕੀਤਾ ਵੀ। ਅੱਗੇ ਵੀ ਗੱਡੀ ਚਲਾਉਂਦਾ 14-15 ਸਾਲ ਹੋ ਹੀ ਗਏ ਨੇ, ਅੱਗੇ ਨਹੀਂ ਅੱਜ ਤਾਈਂ ਕਦੀ ਇੱਦਾਂ ਦੀ ਕੋਈ ਕੰਪਲੇਂਟ ਆਈ ਜਾਂ ਤੇ ਕੋਈ ਹੋਏ ਵੀ ਬੰਦਾ ਕੋਈ ਕਮੀ ਹੋਏ ਜਾਂ ਕੋਈ ਗਲਤੀ ਕੀਤੀ ਹੋਏ, ਫਿਰ ਤਾਂ ਬੰਦਾ ਕਹਿੰਦਾ ਹੈ। ਉਸ ਤੋਂ ਬਾਵਜੂਦ ਕਹਿੰਦੇ ਵੀ ਇੱਦਾਂ ਉੱਦਾਂ ਹੈ, ਬਾਕੀ ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਹੈਗੀ। ਬਾਕੀ ਤੁਹਾਨੂੰ ਪਤਾ ਮਾੜੀਆਂ ਮੋਟੀਆਂ ਗੱਡੀਆਂ, ਕਹਿੰਦੇ ਗੱਡੀ ਲੱਗੀ ਮਾੜੀ ਜੀ ਰਾਹ ਦੇ ਵਿੱਚ, ਉਹ ਮਾੜੀਆਂ ਮੋਟੀਆਂ ਲੱਗਦੀਆਂ ਰਹਿੰਦੀਆਂ। ਹੁਣ ਜਦੋਂ ਓਵਰਲੋਡ ਮਾਲ ਪਾ ਕੇ ਆਉਣਾ, ਜਦੋਂ 30 35 ਟਨ ਮਾਲ ਪਾ ਕੇ ਆਉਣਾ ਹੈ ਨਾ, ਰਾਤ ਨੂੰ ਕਹਿਣਾ ਜੀ 8 ਵਜੇ ਫਰੀਦਾਬਾਦੋਂ ਕੱਢ ਕੇ ਸਵੇਰੇ 9 ਵਜੇ ਜਲੰਧਰ ਗੱਡੀ ਚਾਹੀਦੀ ਹੈ, ਇੰਨੇ ਚਿਰ 'ਚ ਤੇ ਬੱਸ ਨਹੀਂ ਪਹੁੰਚਦੀ, ਤੇ ਜਦੋਂ 70 ਦੀ ਸਪੀਡ ਤੇ ਆਉਣਾ, ਹੁਣ ਐਮਰਜੈਂਸੀ ਬ੍ਰੇਕ ਕਿੱਥੋਂ ਲੱਗ ਜੂਗੀ ਦੱਸੋਗੇ? ਓਵਰਲੋਡ ਮਾਲ ਪਾ ਕੇ, ਜਾਂ ਤਾਂ ਅੰਡਰਲੋਡ ਮਾਲ ਕੀਤਾ ਜਾਏ। ਓਵਰਲੋਡ ਮਾਲ ਪਾ ਕਿੱਥੋਂ ਡਰਾਈਵਰ ਰੋਕ ਲੂਗਾ? ਜੇ ਓਵਰਲੋਡ 'ਚ ਫੜਿਆ ਜਾਂਦਾ, ਡਰਾਈਵਰ 3 ਵਾਰੀ ਫੜਿਆ ਗਿਆ, ਤੀਜੀ ਵਾਰੀ ਦੇ ਵਿੱਚ ਜੀ ਲਾਇਸੈਂਸ ਕੈਂਸਲ ਹੈ, ਤੇ ਮੁੜ ਕੇ ਡਰਾਈਵਰ ਦੱਸੋ ਕੀ ਕਰੂਗਾ? ਫਿਰ ਸਾਲ ਬਹਿ ਕੇ ਦੇਖੂਗਾ ਮੇਰਾ ਲਾਇਸੈਂਸ ਕਦੋਂ ਨਹੀਂ ਹੋਊਗਾ। ਨਹੀਂ ਚਲੋ, ਜੇ ਹਾਦਸਾ ਵਾਪਰ ਵੀ ਜਾਂਦਾ ਕਿਤੇ, ਜਦੋਂ ਸੜਕ ਤੇ ਚੱਲਦੇ ਆ ਤੇ ਹਰ ਬੰਦੇ ਕੋਲੋਂ ਕਈ ਵਾਰ ਹੋ ਜਾਂਦਾ ਹੈ, ਹਾਦਸਾ ਵਾਪਰ ਜਾਂਦੇ ਜਦੋਂ ਰੋਡ ਦੇ ਉੱਤੇ ਚੱਲਦੇ ਨੇ। ਕੌਣ ਬੰਦਾ ਚਾਹੁੰਦਾ ਵੀ ਮੇਰੀ ਜਾਨ ਜਾਵੇ ਕਿਸੇ ਹਾਦਸੇ ਦੇ ਵਿੱਚ? ਮੇਰੇ ਵੀ ਬੱਚੇ ਨੇ, ਪਰਿਵਾਰ ਨੇ, ਪਰ ਉਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਕਿਸੇ ਦੇ ਉੱਤੇ ਤਸ਼ੱਦਦ ਦੇਣੀ, ਢਾਹ ਦੇਣੀ, ਉਸ ਬੰਦੇ ਨੂੰ ਇੰਨਾ ਕੁੱਟਣਾ ਮਾਰਨਾ। ਜਾਂਦੇ ਪਏ ਹੁਣ ਉੱਥੇ ਸਾਰੇ ਥਾਣੇ ਦੇ ਸਾਹਮਣੇ ਲੈ ਜੀ, ਗੱਡੀ ਵੱਜੀ, ਉਹਨਾਂ ਨੇ ਕੁੱਟਿਆ। ਦੱਸੋ ਜੀ, ਗੱਡੀ ਉੱਥੇ ਸੋਨੀਪਤ ਵੱਜੀ ਤੇ ਮੈਂ ਇੱਥੋਂ ਤੇ ਗੱਡੀ ਇੱਦਾਂ ਹੀ ਲੈ ਕੇ ਆ ਗਿਆ ਜੀ। ਮੇਰੇ ਇੰਨੇ ਇੱਥੇ ਸਾਰਾ ਇਲਾਜ ਮੇਰਾ ਇੱਥੇ ਹੋਇਆ ਤੇ ਮੈਂ ਉੱਥੋਂ ਗੱਡੀ ਇੱਦਾਂ ਹੀ ਲੈ ਕੇ ਆ ਗਿਆ ਵੀ। ਸਾਰੀ ਦਿਹਾੜੀ 4 ਵਜੇ ਉਹ ਤਾਂ ਪਤਾ ਗੱਡੀ ਦੀ ਲੋਕੇਸ਼ਨ ਤੋਂ ਨਿਕਲ ਜਾਣਾ, ਨੰਬਰ ਲੈ ਕੇ ਵੀ ਹਾਂਜੀ ਵੀ ਇੱਕ ਨਜ਼ਰ ਗੱਡੀ ਕਿੱਥੇ ਖੜੀ ਰਹੀ, ਇੱਕ ਨਜ਼ਰ ਕਿੱਥੇ ਖੜੀ ਰਹੀ, ਉਹ ਤੋਂ ਹੀ ਪਤਾ ਲੱਗ ਜਾਣਾ। ਇਹ ਗੱਲ ਲੋਕੇਸ਼ਨ ਦੇਣ ਗੱਡੀ ਦੀ ਤੇ ਆਪੇ ਨੈਟ ਤੋਂ ਪਤਾ ਲੱਗੂ ਕਦੋਂ ਗੱਡੀ ਕਿੱਥੋਂ ਤੁਰੀ ਹੈ ਤੇ ਕਿੱਥੇ ਨਹੀਂ ਪਤਾ ਲੱਗ ਜੂ, ਕਿੱਥੇ ਖੜੀ ਤੇ ਕਿੱਥੇ ਆਈ, ਕਿੱਥੇ ਨਹੀਂ ਗਈ ਹੈਗੀ। ਇਹ ਤਾਂ ਹੁਣ ਐਵੇਂ ਕਈ ਜਾਂਦੇ ਕਹਿੰਦੇ ਜੀ ਗੱਡੀ ਕਨੈਕਟਰ ਹੱਥ ਭੇਜੀ ਇਹਨੇ ਜੀ,
ਕਹਿੰਦੇ ਜੀ ਡਰਾਈਵਰ ਦੇ ਦਾ ਨਾ ਅਗਲੇ ਦਾ ਗੱਡੀ ਲੱਗ ਗਈ ਜੀ, ਸੱਟਾਂ ਲੱਗੀਆਂ। ਕਨੈਕਟਰ ਤੇ ਹੈ ਹੀ ਨਹੀਂ। ਜਦੋਂ ਮੈਂ ਇੱਥੋਂ ਗੱਡੀ ਭਰਨ ਗਿਆ ਉਦੋਂ ਵੀ ਹੈ ਨਹੀਂ ਸੀ ਮੇਰੇ ਨਾਲ। ਕਨੈਕਟਰ ਗੱਡੀਆਂ ਨਾਲ ਭਾਜੀ ਹੁੰਦੇ ਕਿੱਥੇ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਕਨੈਕਟਰ ਤੇ ਡਰਾਈਵਰ ਨਹੀਂ ਲੱਭਦੇ, ਕਨੈਕਟਰ ਕਿੱਥੋਂ ਲੱਭਣੇ ਆ ਜਦੋਂ ਮਾਲਕਾਂ ਨੇ ਇਦਾਂ ਦੇ ਕੰਮ ਕਰਨੇ ਆ। ਤੇ ਕਿੰਨੇ ਘੰਟੇ ਤੁਹਾਡੇ ਤੋਂ ਕੰਮ ਲੈਂਦੇ ਨੇ? ਕਿੰਨੀ ਲੰਬੀ ਸ਼ਿਫਟ ਹੁੰਦੀ ਹੈ? ਭਾਜੀ ਰਾਤ ਨੂੰ ਇੱਥੋਂ 8 ਵਜੇ ਗੱਡੀ ਭਰਾਉਣੀ, ਸਵੇਰੇ ਕਹਿੰਦੇ ਜੀ ਦਿੱਲੀ ਚਾਹੀਦੀ ਹੈ ਸਵੇਰੇ 4-5 ਵਜੇ। ਠੀਕ ਹੈ, ਉੱਧਰੋਂ ਜੇ ਖਾਲੀ ਹੋ ਗਈ ਹੈ ਟਾਈਮ ਨਾਲ, ਉੱਧਰੋਂ ਸ਼ਾਮਾਂ ਨੂੰ ਫੇਰ ਭਰਾ ਦੇਣੀ ਹੈ। ਕਹਿਣਾ ਜੀ ਗੱਡੀ ਸਵੇਰੇ 9 ਵਜੇ ਫੇਰ ਇੱਥੇ ਹੋਣੀ ਚਾਹੀਦੀ ਹੈ। ਮਹਾਵਰੈਸਟ ਉਹ ਹੀ ਕਿਤੇ ਘੰਟਾ ਇੱਕ ਅੱਧਾ ਜੇ ਕਰ ਲਈ, ਜੇ ਨਾ ਕੀਤੀ ਤਾਂ ਨਾ ਸਹੀ। ਤੇ ਮੁੜ ਕੇ ਫਿਰ ਕਹਿ ਦੇਣਾ ਜੀ ਹਾਂ ਜੀ ਇਹਨੇ ਕੋਈ ਨਸ਼ਾ ਕੀਤਾ ਸੀ ਜੀ, ਇੱਦਾਂ ਉੱਦਾਂ ਆ ਉਹ ਕਹਿ ਕੇ ਬਸ ਜੀ। ਹੋਰ ਕੋਈ ਗੱਲ ਨਹੀਂ, ਕੋਈ ਬਾਤ ਨਹੀਂ ਗਿਆ, ਕੋਈ ਲੜਾਈ ਝਗੜਾ ਹੋਇਆ ਜਾਂ ਉੱਦਾਂ। ਕੌਣ ਹੈ ਪਰਿਵਾਰ ਦੇ ਵਿੱਚ ਵੀ? ਪਰਿਵਾਰ ਦੇ ਵਿੱਚ ਮੇਰੇ ਜੀ ਮਾਤਾ ਹੈ, ਮੇਰੀ ਡੈਡੀ ਹੈ, 2 ਗੁੱਡੀਆਂ ਨੇ, ਮੇਰੀ ਘਰ ਦੀ ਹੈ, ਮੇਰਾ ਦਾਦਾ ਹੈ। ਗੁਜ਼ਾਰਾ ਕਿੱਦਾਂ ਚੱਲਦਾ? 10,000 ਦੇ ਵਿੱਚ ਗੁਜ਼ਾਰਾ ਚੱਲਦਾ ਸੀ ਜਿੰਨੀ ਤੁਸੀਂ ਦੱਸ ਰਹੇ ਹੋ ਤਨਖਾਹ ਲਈ? ਚਲਾਉਣਾ ਪੈਂਦਾ ਜੀ ਹੁਣ ਮਾੜਾ ਮੋਟਾ, ਫਿਰ ਕੀ ਕਰੀਏ ਹੁਣ ਭਾਜੀ, ਫਿਰ ਤੁਹਾਨੂੰ ਪਤਾ ਹੀ ਘਰ ਤੇ ਤੋਰਨਾ ਹੀ ਹੈ। ਹੁਣ ਪਰਚਾ ਵੀ ਦਰਜ ਹੋਇਆ, 307 ਦਾ ਪਰਚਾ ਵੀ ਦਰਜ, ਹੋਰ ਧਾਰਾਵਾਂ ਵੀ ਲੱਗੀਆਂ ਨੇ। ਕੋਈ ਕਾਰਵਾਈ ਹੋ ਰਹੀ ਹੈ ਪਰਚੇ ਤੋਂ ਬਾਅਦ? ਗ੍ਰਿਫਤਾਰੀ ਹੋਈ ਸੀ ਜੀ, ਇੱਕ ਦਿਨ ਕੀਤਾ ਹੈਗਾ ਜੀ ਇਹਨਾਂ ਨੇ, ਮੁੜ ਕੇ ਉਹਨੂੰ ਪਤਾ ਲੱਗਾ ਜੀ ਛੱਡ ਦਿੱਤਾ। ਹੈਨਰੀ ਸਾਹਿਬ ਦਾ ਦਬਾਅ ਆਇਆ ਤੇ ਉਹਨਾਂ ਨੂੰ ਛੱਡਤਾ। ਉਹਨੂੰ ਛੱਡਤਾ ਕਰੋਨਾ ਦਾ ਬਹਾਨਾ ਲਾ ਕੇ। ਉਹ ਤਾਂ ਉਦਣ ਹੀ ਉੱਥੇ ਹੀ ਜਦੋਂ ਉਹਨੂੰ ਫੜ ਕੇ ਲੈਂਦੇ ਉਦੋਂ ਹੀ ਕਹਿਣ ਡਿਆ ਪਿਆ ਮੇਰੇ ਢਿੱਡ 'ਚ ਪੀੜ ਹੁੰਦੀ ਹੈ ਵੀ ਜਿਹਨੂੰ ਇੰਨਾ ਵੱਢਿਆ ਏ ਉਹ ਚੰਗਾ ਭਲਾ ਤੇ ਕਿਹੜਾ ਦੇ। ਉਹ ਤਾਂ ਕਹਿੰਦਾ ਮੈਨੂੰ ਕੁਰਸੀ ਤੇ ਬਾ ਦਿਓ ਜੀ, ਮੈਂ ਦਇਆ ਨਾ ਅਗਲੇ ਦਾ ਡਿੱਗ ਹੀ ਪੈਣ ਲੱਗਾ ਜੀ, ਮੇਰੇ ਮਾਰੀ ਚੱਲਾਂ ਜੀ ਹੁਣੇ ਜਿੱਦਾਂ ਮੈਂ ਮਤਲਬ ਨਾਟਕ ਕਰਦਾ ਸੀ। ਅਤੇ ਉਦੋਂ ਦੇ ਉਹੀ ਨਾਟਕ ਕਰੀ ਜਾਂਦੇ ਜੀ, ਮੈਨੂੰ ਇਹ ਆ, ਮੈਨੂੰ ਉਹ ਹੈ। ਹੁਣ ਕਹਿੰਦੇ ਜੀ ਉਹਨੂੰ ਕਰੋਨਾ ਤਾਂ ਕਰਕੇ ਬਾਹਰ ਰੱਖਿਆ ਹੋਇਆ, ਮਤਲਬ ਇੱਦਾਂ ਉਹਦੀ ਰੈਸਟ ਨਹੀਂ ਪਾਈ ਹੈਗੀ। ਉਹਦੀ ਰੈਸਟ ਪਾਉਣ, ਉਹਨੂੰ ਪੁੱਛ ਗਿੱਛ ਕਰਨ ਵੀ ਹਾਂ ਵੀ ਕਿੱਥੇ ਆ ਦੂਜੇ ਬੰਦੇ ਤੇਰੇ, ਉਹਨਾਂ ਨੂੰ ਮੰਗਾਉਣ, ਇਹਨਾਂ ਨੂੰ ਅੰਦਰ ਧੱਕਣ। ਜਿਹੜੀ ਗੱਲ ਜਿਹੜਾ ਇਨਸਾਫ ਬਣਦਾ ਉਹ ਦੇਣਾ ਨੂੰ। ਕੀ ਲੱਗਦਾ ਹੈ ਸਿਆਸੀ ਦਬਾਅ ਦੇ ਕਾਰਨ ਇਹ ਸਾਰਾ ਕੁਝ ਹੋ ਰਿਹਾ? ਸਿਆਸੀ ਦਬਾਅ ਕਰਕੇ ਜੀ। ਉਹ ਸ਼ੁਰੂ ਤੋਂ ਕਹਿੰਦਾ ਜੀ, ਸਾਰਿਆਂ ਨੂੰ ਪਤਾ ਹੀ ਜੀ, ਅੱਗੇ ਉਹਨੇ 1-2 ਡਰਾਈਵਰਾਂ ਦੇ ਨਾਲ ਇਦਾਂ ਹੀ ਕੀਤੀ ਹੈ। ਸਿਆਸੀ ਦਬਾਅ ਕਰਕੇ ਇਹ ਸਭ ਕੁਝ ਹੁੰਦਾ ਜੀ। ਕੋਈ ਕਾਰਵਾਈ ਨਹੀਂ ਕਰਦਾ ਹੈਗਾ। ਮਾਤੜ ਬੰਦਾ ਹੁਣ ਜਿਹੜਾ ਮਤਲਬ ਇਕੱਲਾ ਕਮਾਉਣ ਵਾਲਾ, ਜਿਹਦੇ 2 ਨਿਆਣੇ 3 ਘਰ ਦੀ ਹੈ, ਦੱਸੋ ਮੈਨੂੰ ਪਿੱਛੇ ਨਹੀਂ ਕੋਈ ਮਾਂ ਪਿਓ ਹੈਗਾ ਤੇ ਉਹ ਦੱਸੋ ਮੈਨੂੰ। ਫਿਰ ਉਹਨੂੰ ਮਜਬੂਰੀ ਛਿੱਤਰ ਖਾ ਕੇ ਚੁੱਪ ਕਰਕੇ ਅਗਲਾ ਆ ਜਾਂਦਾ, ਕੰਮ ਵੀ ਕਰੀ ਜਾਂਦਾ, ਛਿੱਤਰ ਵੀ ਖਾਈ ਜਾਂਦਾ। ਕਦੀ ਕਿਸੇ ਦੀ ਬਾਂਹ ਤੋੜਤੀ, ਕਦੀ ਕਿਸੇ ਦੀ ਕੁਛ ਕਰਤਾ, ਕਦੀ ਕਿਸੇ ਨੇ ਕੁਛ ਕਰਤਾ। ਬਸ ਕੰਮ ਹੀ ਇਹਨਾਂ ਦਾ ਇਹ ਆ। ਜਿਸ ਤਰੀਕੇ ਦੇ ਨਾਲ ਤੁਹਾਡੇ ਸੱਟਾਂ ਲੱਗੀਆਂ ਹੋਈਆਂ ਨੇ, ਦੁਬਾਰਾ ਕੰਮ ਦੇ ਉੱਤੇ ਜਾਣ ਨੂੰ ਹੁਣ ਵਿਚਲਾ ਗੈਪ ਵੀ ਪੈ ਜਾਣਾ, ਉਤੋਂ ਲੋਕਡਾਊਨ ਹੈ, ਲੱਗਦਾ ਬਹੁਤ ਔਖਾ ਹੋ ਗਿਆ ਦੁਬਾਰਾ ਫਿਰ ਉਸੇ ਜੀ ਭਾਜੀ ਹੋ ਗਿਆ ਔਖਾ ਹੋ ਗਿਆ। 2-3 ਮਹੀਨੇ ਹਿਸਾਬ ਨਾਲ ਹੁਣ ਮੰਜੀ ਤੇ ਪੈਣ ਵਾਲੀ ਗੱਲ ਹੋ ਗਈ। ਨਾ ਕਿਤੇ ਆ ਸਕਦਾ ਬੰਦਾ, ਨਾ ਜਾ ਸਕਦਾ। ਤੁਹਾਨੂੰ ਪਤਾ ਹੁਣ ਜਿਹੜਾ ਡਰਾਈਵਰ ਬੰਦਾ, ਬਹਿਣ ਖਲੋਣ ਵਾਲਾ ਬੰਦਾ, ਘਰੇ ਵੀ ਨਹੀਂ ਬਹਿ ਸਕਦਾ ਜ਼ਿਆਦਾ। ਯਾਰ ਦੱਸੋ ਕੀ ਕਰੇ ਬੰਦਾ? ਨਾ ਹੁਣ ਵੱਜ ਗਏ, ਨਾ ਇੱਧਰ ਜੋਗੇ ਨਾ ਉੱਧਰ ਜੋਗੇ। ਰਾਮ ਸਿੰਘ ਹੋਰਾਂ ਦੇ ਕਰੀਬੀ ਵੀ ਇੱਥੇ ਹੀ ਨੇ, ਮੌਜੂਦ ਨੇ, ਸਾਬਕਾ ਸਰਪੰਚ ਵੀ ਨੇ ਪਿੰਡ ਤੋਂ। ਸਰ ਕੀ ਨਾਂ ਤੁਹਾਡਾ ਜੀ? ਮੇਰਾ ਨਾਮ ਬਲਜੀਤ ਸਿੰਘ ਹੈ ਜੀ। ਬਲਜੀਤ ਸਿੰਘ ਜੀ, ਜਿਸ ਤਰੀਕੇ ਦੀ ਇਹ ਪੂਰੀ ਘਟਨਾ, ਇੱਕ ਡਰਾਈਵਰ 24-24 ਘੰਟੇ ਮਾਲਕ ਦੇ ਲਈ, ਆਪਣੇ ਪੇਟ ਨੂੰ ਭਰਨ ਦੇ ਲਈ ਜਾਂ ਸਾਡੇ ਵਰਗੇ ਲੋਕਾਂ ਤੱਕ ਸਮਾਨ ਪਹੁੰਚਾਉਣ ਦੇ ਲਈ ਮਿਹਨਤ ਕਰਦਾ ਹੈ, ਪਰ ਫਿਰ ਮਾਲਕ ਇਸ ਤਰੀਕੇ ਦਾ ਸਿਲਾ ਕਰਨ, ਇੰਨੀ ਤਸ਼ੱਦਦ ਢਾਉਣ, ਮਤਲਬ ਅਣਮਨੁੱਖੀ ਤਸ਼ੱਦਦ ਕਹਿ ਸਕਦੇ ਹਾਂ ਵੀ ਜ਼ਖਮਾਂ ਦੇ ਉੱਤੇ ਲੂਣ ਜਿਹੜਾ ਲਗਾ ਦੇਣਾ। ਇੱਦਾਂ ਦੀ ਤਾਂ ਘਟਨਾ ਜੀ ਦੇਖੋ ਜੀ, ਇੰਨਾ ਚਿਰ ਹੋ ਗਿਆ ਸਾਨੂੰ ਵਿਚਰਦਿਆਂ ਸਮਾਜ ਦੇ ਵਿੱਚ, ਇਹੋ ਜਿਹੀ ਘਟਨਾ ਕਦੀ ਨਹੀਂ ਦੇਖੀ ਜੀ। ਇੰਨੀ ਬੁਰੀ ਤਰ੍ਹਾਂ ਤਸ਼ੱਦਦ ਕਰਨਾ ਤੇ ਫਿਰ ਨਮਕ ਵਿੱਚ ਭਰਨਾ ਜੀ, ਇਹ ਤਾਂ ਕੋਈ ਮਨੁੱਖ ਨਹੀਂ ਕਰ ਸਕਦਾ, ਜ਼ਾਲਮ ਹੀ ਕਰ ਸਕਦਾ ਜੀ ਇਹ ਤਾਂ ਕੰਮ। ਪਰ ਫਿਰ ਵੀ ਇਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਜੀ। ਅਸੀਂ ਇਹਨੂੰ ਸਿਵਲ ਹਸਪੀਟਲ ਦਾਖਲ ਕਰਾਇਆ, ਉੱਥੇ ਵੀ ਕੋਵਿਡ ਦੇ ਚੱਲਦਿਆਂ ਇਹਨੂੰ ਜਲਦੀ ਡਿਸਚਾਰਜ ਵੀ ਕਰ ਦਿੱਤਾ ਗਿਆ। ਫਿਰ ਅਸੀਂ ਇਹਦੇ FIR ਕਰਵਾਈ। ਉਸ ਤੋਂ ਬਾਅਦ FIR ਤੋਂ ਕਰਨ ਤੋਂ ਬਾਅਦ ਵੀ ਉਹਨਾਂ ਨੇ ਉਸ ਬੰਦੇ ਨੂੰ ਉਹ ਗੱਡੀ ਉਹਦੇ ਮਗਰ ਲਾ ਕੇ ਭਜਾ ਕੇ ਬੰਗਿਓਂ ਫੜ ਵੀ ਲਿਆ, ਫਿਰ ਛੱਡ ਦਿੱਤਾ ਜੀ ਰਾਤ ਨੂੰ। ਹਾਂਜੀ, ਪਤਾ ਨਹੀਂ ਜੀ ਕੀ ਗੱਲ, ਇਹ ਸਿਆਸੀ ਦਬਾਅ ਹੀ ਹੈ ਜੀ ਸਾਰਾ, ਉਹੀ ਹੋ ਰਿਹਾ ਜੀ। ਕੌਣ ਕਰ ਰਿਹਾ? ਤੁਹਾਨੂੰ ਕੀ ਲੱਗ ਰਿਹਾ ਕਿਹੜਾ ਬੰਦਾ ਉਧਰ ਸ਼ਹਿ ਦੇ ਰਿਹਾ, ਜਾਂ ਇਸ ਬਾਈ ਨੂੰ ਇਨਸਾਫ ਜਿਹੜਾ ਨਹੀਂ ਮਿਲ ਰਿਹਾ, ਜਾਂ ਬੰਦਿਆਂ ਦੀ ਅਰੈਸਟ ਨਹੀਂ ਹੋ ਰਹੀ? ਇਹਨਾਂ ਦੇ ਦੱਸਣ ਮੁਤਾਬਕ ਹੀ ਜੀ, ਇਹਨਾਂ ਨੂੰ ਹੈਨਰੀ ਸਾਹਿਬ ਦੇ ਜਾਂ ਹੋਰ ਕਿਸੇ ਵੀ ਕਾਂਗਰਸ ਲੀਡਰ ਨੇ ਜੀ, ਉਹਨਾਂ ਦੇ ਫੋਨ ਆਉਂਦੇ ਆ ਜੀ। ਔਰ ਟਰਾਂਸਪੋਰਟਰ ਉਹ ਵੀ ਇਹਨੇ ਜੀ, ਟਰਾਂਸਪੋਰਟਰ ਦੇ ਇੱਕ ਦੂਸਰੇ ਨਾਲ ਲਿੰਕ ਤੇ ਨੈਚੁਰਲੀ ਗੱਲ ਹੁੰਦੀ ਹੈ ਇਹਨਾਂ ਦੀ, ਤੇ ਫਿਰ ਉਹਦੇ ਬਿਹਾਵ ਤੇ ਉਹੀ ਕਰ ਰਹੇ ਜੋ ਹੋ ਰਿਹਾ। ਲੱਗਦਾ ਇਹਨਾਂ ਨੂੰ ਇਨਸਾਫ ਮਿਲਿਆ ਹੈ? ਜਿਸ ਤਰੀਕੇ ਨਾਲ 307 ਦਾ ਪਰਚਾ ਤਾਂ ਦਰਜ ਹੋ ਰਿਹਾ, ਪਰ ਅਰੈਸਟ ਨਹੀਂ ਹੋ ਰਹੀ। ਸਿਆਸੀ ਦਬਾਅ ਤੁਸੀਂ ਦੱਸ ਰਹੇ ਹੋ, ਬਾਈ ਜੀ ਨੇ ਵੀ ਦੱਸਿਆ ਵੀ ਸਿਆਸੀ ਦਬਾਅ। ਤਾਂ ਇਸ ਪਰਿਵਾਰ ਨੂੰ ਹੁਣ ਅੱਗੇ ਇਨਸਾਫ ਕਿਵੇਂ ਮਿਲ ਸਕਦਾ ਹੈ, ਜਾਂ ਇਸ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲੇਗਾ? ਬਾਈ ਦੇ ਸੱਟਾਂ ਇੰਨੀਆਂ ਲੱਗ ਗਈਆਂ ਨੇ, 2-4 ਮਹੀਨੇ ਮੈਨੂੰ ਲੱਗਦਾ ਵੀ ਬੈੱਡ ਰੈਸਟ ਦੇਣੀ ਪਊਗੀ। ਅਸੀਂ ਜੀ ਅੱਜ ਕਮਿਸ਼ਨਰ ਸਾਹਿਬ ਦੇ ਪੇਸ਼ ਹੋਵਾਂਗੇ, ਉਹਨਾਂ ਨੂੰ ਬੇਨਤੀ ਕਰਾਂਗੇ ਕਿ ਜੀ ਤੁਸੀਂ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਅਰੈਸਟ ਕਰੋ, ਇਹਨਾਂ ਨੂੰ ਜਲਦੀ ਤੋਂ ਜਲਦੀ, ਤਾਂ ਜੋ ਸਾਨੂੰ ਇਨਸਾਫ ਮਿਲੇ। ਬਾਕੀ ਇਹਨਾਂ ਦੇ ਨਾਲ ਅਸੀਂ ਖੜੇ ਹਾਂ, ਜਿੱਦਾਂ ਵੀ ਹੋਏਗਾ ਗੁਜ਼ਾਰਾ ਅਸੀਂ ਸਾਰੇ ਰਲ ਮਿਲ ਕੇ ਜੋ ਵੀ ਚੱਲ ਰਿਹਾ ਜੀ
ਕਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ, ਇੱਕ ਦੂਜੇ ਦੀ ਹੈਲਪ ਦੇ ਨਾਲ ਹੀ ਬੰਦਾ ਜੀ ਚੱਲ ਰਿਹਾ ਅੱਜ ਕੱਲ੍ਹ। ਤੇ ਜਿਵੇਂ ਬਾਈ ਜੀ ਹਰ ਸਮੇਂ ਜਿਹੜੀ ਹੈ ਜਾਨ ਖਤਰੇ 'ਚ ਪਾ ਕੇ ਦਿਨ ਰਾਤ ਗੱਡੀਆਂ ਚਲਾਉਣੀਆਂ, ਲੱਗਦਾ ਡਰਾਈਵਰਾਂ ਦੀ ਜ਼ਿੰਦਗੀ ਜਿਹੜੀ ਹੈ ਬਹੁਤ ਮੁਸ਼ਕਲ ਜਿਹੜੀ ਚੱਲਦੀ ਹੈ। ਬਿਲਕੁਲ ਜੀ, ਇਹ ਤਾਂ ਹੈ ਹੀ ਹੈ। ਤੁਸੀਂ ਦੇਖੋ, ਪਰ ਗਰੀਬੀ ਇਸ ਕਦਰ ਹੈ ਜੀ, ਹੈਵੀ ਹੋ ਜਾਂਦੀ ਹੈ ਮਨੁੱਖ ਦੇ ਉੱਤੇ, ਜਾਨ ਜੋਖਮ 'ਚ ਪਾਉਣੀ ਪੈਂਦੀ ਹੈ ਜੀ। ਉਸ ਤੋਂ ਇਲਾਵਾ ਕੋਈ ਬੰਦੇ ਕੋਲ ਚਾਰਾ ਨਹੀਂ ਹੁੰਦਾ, ਘਰ ਵੀ ਚਲਾਉਣਾ, ਛੋਟੀਆਂ 2 ਬੱਚੀਆਂ ਨੇ ਜੀ, ਤੇ ਘਰ ਦੇ ਫਿਰ ਤੁਸੀਂ ਦੇਖ ਲਓ 10,000 ਦੇ ਵਿੱਚ ਆਪਾਂ ਗੁਜ਼ਾਰਾ ਨਹੀਂ ਹੋ ਸਕਦਾ, ਪਰ ਫਿਰ ਵੀ ਕਰਨਾ ਪੈਂਦਾ ਜੀ। ਜਾਨ ਤੇ 24 ਘੰਟੇ ਜੋਖਮ 'ਚ ਹੀ ਹੁੰਦੀ ਹੈ ਨਾ ਜੀ, ਡਰਾਈਵਰ ਬੰਦੇ ਦੀ ਜਾਨ ਤੇ ਜੋਖਮ 'ਤੇ ਹੀ ਹੈ। ਪਤਾ ਨਹੀਂ ਪ੍ਰਮਾਤਮਾ ਨੇ ਸੜਕ 'ਤੇ ਚੱਲਦਿਆਂ ਕਿਹੜਾ ਭਾਣਾ ਵਰਤ ਜਾਣਾ, ਕਦੋਂ ਕੀ ਹੋ ਜਾਣਾ ਨੇ ਜੀ। ਬਾਕੀ ਤਾਂ ਬਾਈ ਜੀ ਜਿਵੇਂ ਆਪਾਂ ਗੱਲ ਵੀ ਕਰਦੇ ਹਾਂ ਵੀ ਇੰਨੇ ਘੰਟੇ ਡਰਾਈਵਰ ਗੱਡੀ ਚਲਾਉਂਦੇ ਨੇ, ਜਦੋਂ ਕਿਤੇ ਹਾਦਸਾ ਹੋ ਜਾਂਦਾ ਉਦੋਂ ਵੀ ਡਰਾਈਵਰ ਦਾ ਕਸੂਰ ਕੱਢਿਆ ਜਾਂਦਾ ਹੈ, ਪਰਚਾ ਦਰਜ ਹੁੰਦਾ ਉਹ ਵੀ ਮਾਲਕ ਦੇ ਉੱਤੇ। ਪਰ ਜੇ ਮਾਲਕ ਹੀ ਇੱਦਾਂ ਦਾ ਵਤੀਰਾ ਕਰਨ ਲੱਗਦਾ ਫਿਰ ਡਰਾਈਵਰਾਂ ਦਾ ਮਨੋਬਲ ਵੀ ਟੁੱਟਦਾ ਹੈ, ਕਿਉਂਕਿ ਜੇ ਡਰਾਈਵਰ ਨਾ ਹੋਵੇ ਤਾਂ ਗੱਡੀਆਂ ਨਾ ਚੱਲਣ, ਗੱਡੀਆਂ ਨਾ ਚੱਲਣ ਤਾਂ ਸਾਡੇ ਤੱਕ ਖਾਣ ਪੀਣ ਵਾਲਾ ਸਮਾਨ ਤੱਕ ਵੀ ਨਾ ਪਹੁੰਚੇ। ਸਹੀ ਗੱਲ ਹੈ ਭਾਜੀ, ਡਰਾਈਵਰ ਵਿੱਚ ਮਤਲਬ ਬਹੁਤ ਇਸੇ ਕਰਕੇ ਡਰਾਈਵਰੀ ਨੂੰ ਕੋਈ ਹੁਣ ਆ ਵੀ ਨਹੀਂ ਰਿਹਾ ਅੱਗੇ ਭਾਜੀ, ਕੋਈ ਨਹੀਂ ਆ ਰਿਹਾ। ਤਨਖਾਹ ਮੇਰੀ ਗੱਲ ਸੁਣੋ, 5-7 ਹਜ਼ਾਰ ਰੁਪਇਆ ਤਨਖਾਹ ਦਿੰਦੇ ਆ, ਉਨੀ ਅਗਲੇ 4-8 ਘੰਟੇ ਇੱਥੇ ਲਾ ਕੇ ਕਮਾ ਲੈਂਦੇ ਨੇ। ਅਗਲੇ ਕਹਿੰਦੇ ਸਾਨੂੰ ਡਰਾਈਵਰੀ ਕਰਨ ਦੀ ਕੀ ਲੋੜ ਹੈ ਦੱਸੋ ਮੈਨੂੰ। ਇੱਕ ਓਵਰਲੋਡ ਮਾਲ ਪਾ ਕੇ ਆਉਣਾ, ਇੱਕ ਜਾਨ ਤਲੀ ਤੇ ਰੱਖ ਕੇ ਆਉਣੀ, ਇੱਕ ਛਿੱਤਰ ਖਾਣੇ ਮਾਲਕਾਂ ਕੋ, ਕਦੀ ਮਾਲ ਭੇਜ ਗਿਆ ਜੀ, ਕਦੀ ਆਹ ਹੋ ਗਿਆ ਜੀ, ਇਹ ਤੁਹਾਡੀ ਜ਼ਿੰਮੇਵਾਰੀ। ਸਭ ਕੁਛ ਦਾ ਇੰਸ਼ੋਰੈਂਸ ਵੀ ਹੁੰਦਾ, ਸਭ ਕੁਛ ਹੁੰਦਾ, ਫਿਰ ਵੀ ਡਰਾਈਵਰਾਂ ਦੇ ਪਾ ਦੇਣਾ ਜੀ ਸਾਡੇ ਇੰਨੇ ਕੱਟੇ ਗਏ, ਤੁਹਾਡੇ ਨਾਲ ਇੰਨੇ ਪਾਤੇ ਜੀ। ਭਾਵੇਂ ਪਿੱਛੋਂ ਕੰਡਾ ਪੂਰਾ ਆਏ, ਅੱਗੇ ਆਣ ਕੇ ਮਾਲ ਘਟ ਗਿਆ ਹੈ, ਭਾਵੇਂ ਸੇਮ ਕੰਡਾ ਉੱਥੇ ਦਾ ਵੀ ਖਾਲੀ ਗੱਡੀ ਦਾ ਉਹਨਾਂ ਆ ਜਾਊਗਾ, ਇੱਥੇ ਵੀ ਆ ਜਾਊਗਾ ਨਾ। ਇਹਨਾਂ ਨੇ ਇਹੋ ਹੀ ਗੱਲ ਕਹਿਣੀ ਤਾਂ ਨਾ ਅਗਲੇ ਦਾ ਮਾਲ ਤੇਰਾ ਘਟਿਆ ਕਿੱਦਾਂ ਵੀ। ਮਾਲ ਦੱਸੋ, ਤੇਲ ਡਰਾਈਵਰ ਆਪਣੇ ਕੋਲ 100-200 ਲੀਟਰ ਕੋਈ ਪਵਾ ਕੇ ਆ ਗਿਆ, ਮਾਲਕਾਂ ਦਾ ਕੰਮ ਹੀ ਇਹ ਹੈ ਜੀ ਵੀ ਡਰਾਈਵਰਾਂ ਨੇ ਕੋਈ ਤੇਲ ਪਾਤਾ, ਕਦੀ ਨਾ ਕਦੀ ਕੁਛ ਕਰਤਾ, ਕਦੀ ਕੋ ਕਰਤਾ, ਬਾ ਕੁੱਟ ਮਾਰ, ਬਸ ਇਹੋ ਹੀ ਕੰਮ ਆ। ਪਿੱਛੇ ਇੱਕ ਡਰਾਈਵਰ ਦੇ ਨਾਂ ਤੇਲ ਪਾ ਕੇ ਇਹਨਾਂ ਨੇ ਉਹਦੀ ਬਾਂਹ ਤੋੜਤੀ ਸੀ। ਹਾਂਜੀ, ਉਹਨੇ ਕੋਈ ਕਾਰਵਾਈ ਨਹੀਂ ਕੀਤੀ ਹੈਗੀ, ਉਹਦੇ ਮਗਰ ਨਹੀਂ ਕੋਈ ਹੈਗਾ ਸੀ। ਹੁਣ ਡਰਾਈਵਰ ਵਿਚਾਰਾ ਖੜਿਆ ਤੁਹਾਡੇ ਨਾਲ, ਤੁਹਾਨੂੰ ਕਹਿ ਰਿਹਾ ਨਾਲ ਖੜਾ। ਡਰਾਈਵਰ ਵਿੱਚ ਕੋਈ ਹੈਗੇ ਆਪਣੇ ਨਾਲ ਜਿਹੜੇ ਖੜਨ ਲਈ ਤਿਆਰ ਨੇ। ਬਾਕੀ ਜਿਹਦਾ ਹੁਣ ਤੁਹਾਨੂੰ ਪਤਾ ਤੁਹਾਨੂੰ ਦੱਸਿਆ ਜਿਹੜੇ ਇਕੱਲੇ ਕਰ ਰਹੇ ਆ ਉਹਨਾਂ ਦੇ ਹੁਣ ਕਿੱਥੋਂ ਖੜਨ ਨਾਲ, ਉਹਨਾਂ ਜਿਨ੍ਹਾਂ ਦਾ ਹੁਣ ਮਾਂ ਪਿਓ ਦਾ ਨਾ ਅਗਲੇ ਦਾ ਨਹੀਂ ਮਗਰ ਹੈਗਾ, ਉਹਨੇ ਥੋੜ੍ਹਾ ਖੜਨਾ ਹੈ। ਉਹ ਜਿਹੜਾ ਬੰਦਾ ਪਤਾ ਵੀ ਮੇਰੇ ਮਾਂ ਪਿਓ ਮਗਰ ਹੈਗਾ ਉਹੋ ਹੀ ਖੜੂਗਾ। ਹੁਣ ਉਹਨਾਂ ਦੇ ਫੋਨ ਆਉਂਦੇ 1-2 ਬੰਦਿਆਂ ਦੇ, ਕਹਿੰਦੇ ਵੀ ਅਸੀਂ ਤੇਰੇ ਨਾਲ ਆ, ਤੂੰ ਜਦੋਂ ਜਿੱਥੇ ਜਾਣਾ ਆਪਾਂ ਚੱਲਾਂਗੇ ਨਾਲ ਤਾਰੇ। ਤਾਂ ਪੀੜਤ ਸਤਨਾਮ ਸਿੰਘ ਜੀ ਹੋਰਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ, ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ। ਮਾਤਾ ਜੀ, ਪੁੱਤ ਦੇ ਬਹੁਤ ਡੂੰਘੇ ਜ਼ਖਮ ਦਿੱਤੇ, ਦਿਨ ਰਾਤ ਮਿਹਨਤ ਕਰਦਾ ਹੈ, ਇੱਕ ਮਾਂ ਦਾ ਹਿਰਦਾ ਵਲੂੰਦਰਿਆ ਜਾਂਦਾ ਜਦੋਂ ਪੁੱਤ ਨੂੰ ਇਸ ਹਾਲਤ ਦੇ ਵਿੱਚ ਦੇਖਦੀ ਹੈ। ਇਸ ਘਟਨਾ ਨੇ ਦਿਲ ਨੂੰ ਤੁਹਾਡੇ ਨੂੰ ਵੀ ਝੰਜੋੜਿਆ, ਛੋਟੀਆਂ 2 ਬੱਚੀਆਂ ਨੇ। ਇਹ ਸਾਰੀ ਘਟਨਾ ਤੁਹਾਨੂੰ ਦੱਸੀ ਕਿਵੇਂ ਪਤਾ ਲੱਗਾ? ਸਾਨੂੰ ਭਾਜੀ ਫੋਨ ਆਇਆ ਹੈ, ਜਦੋਂ ਸੱਟਾਂ ਲੱਗਿਆ ਫੋਨ ਆਇਆ, ਫਿਰ ਅਸੀਂ ਗਏ ਜਾ ਕੇ ਵੇਖਿਆ ਹੈ, ਸਾਡੇ ਕੋਲ ਵੇਖਿਆ ਨਹੀਂ ਗਿਆ। ਬਹੁਤ ਸਾਨੂੰ ਦੁੱਖ ਲੱਗਾ ਸੀ। ਤੇ ਉਦੋਂ ਤਾਂ ਸਭ ਦੇ ਬਿਮਾਰ, ਉਹ ਲੜਕਾ ਉੱਦਾਂ ਬਿਮਾਰ ਹੈ, ਵਿਚਾਰੇ ਨੂੰ ਵੱਢਿਆ, ਅਸੀਂ ਉੱਦਾਂ ਬਿਮਾਰ। ਵੇਖਣ ਜਾਂ ਤੁਹਾਨੂੰ ਇਨਸਾਫ ਮਿਲਣਾ ਚਾਹੀਦਾ। ਜ਼ਖਮਾਂ ਦੇ ਉੱਤੇ ਲੂਣ ਲਗਾਉਣਾ, ਜ਼ਾਲਮਾਂ ਨਮਕ ਪਾਇਆ, ਫਿਰ ਆਖਿਆ ਚੀਕਾ ਮਾਰ, ਇੱਦਾਂ ਕਰ ਉੱਦਾਂ ਕਰ, ਭਈ ਬਹੁਤ ਪੁੱਤਰ ਦੀ ਮਾੜੀ ਹਾਲਤ ਕੀਤੀ। ਆ ਧੀਆਂ ਨੇ ਵੇਖੋ, ਹੁਣ ਸੋਚਣਾ ਤਾਂ ਪਿਓ ਨਹੀਂ ਹੈ, ਤੇ ਪਿਓ ਬਹਿ ਗਏ ਤੇ ਅਸੀਂ ਕੀ ਕਰਾਂਗੇ। ਹੁਣ ਜੇ ਉਹਨੂੰ ਫੜਿਆ ਤੇ ਫੜ ਕੇ ਤੇ ਛੱਡ ਦਿੱਤਾ ਤੇ ਤਾਂ ਵੀ ਨਹੀਂ ਸਹੀ ਹੈਗਾ। ਕੀ ਕਰੀਏ, ਸਾਨੂੰ ਤੇ ਬਹੁਤ ਔਖਾ ਜਿਹਾ ਲੱਗਣ ਡਿਆ। ਇਨਸਾਫ ਮਿਲਣ ਦੀ ਉਮੀਦ ਹੈ ਵੀ ਇਨਸਾਫ ਮਿਲੇਗਾ। ਬੇਸ਼ੱਕ ਪਰਚਾ ਵੀ ਦਰਜ ਹੋ ਗਿਆ, ਅਸੀਂ ਤਾਂ ਇਨਸਾਫ ਮੰਗਣੇ ਆ, ਇਨਸਾਫ ਦਵਾ ਕੇ ਵੀ ਰਵਾਂਗੇ, ਇੱਦਾਂ ਨਹੀਂ ਪਿੱਛੇ ਹਟਾਂਗੇ, ਇਨਸਾਫ ਲੈ ਕੇ ਹਟਾਂਗੇ। 24 ਘੰਟੇ ਸਾਡੇ ਡਰਾਈਵਰ ਵੀਰ ਸੜਕਾਂ ਦੇ ਉੱਤੇ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਨਿੱਕੇ ਬੱਚਿਆਂ ਨੂੰ ਘਰਾਂ ਛੱਡ ਕੇ ਇੰਨੀ ਔਖੀ ਜ਼ਿੰਦਗੀ ਜਿਉਂਦੇ ਨੇ, ਗਰਮੀ ਦੇ ਵਿੱਚ, ਠੰਡ ਦੇ ਵਿੱਚ। ਇਹਨਾਂ ਨੂੰ ਕੋਈ ਧੁੰਦਾ ਨਹੀਂ, ਸਾਰਾ ਬਲੇਮ ਫਿਰ ਇਹਨਾਂ ਦੇ ਉੱਤੇ ਆ ਜਾਂਦਾ, ਔਰ ਫਿਰ ਮਾਲਕ ਫਿਰ ਇਦਾਂ ਦਾ ਤਸ਼ੱਦਦ ਢਾ ਦਿੰਦੇ ਨੇ। ਉਹ ਕਿਸਾਨ ਉਹ ਨਹੀਂ ਚੰਗੇ ਹੈਗੇ, ਉਹ ਦੋਸ਼ੀ, ਉਹ ਅਗਲੇ ਨੂੰ ਮਾਰ ਕੇ ਭਾਜੀ ਅਸੀਂ ਤਾਂ ਹਿੱਲੇ ਪਏ ਹਾਂ, ਤੇ ਕੋਈ ਸਮਝ ਨਹੀਂ ਆਉਂਦੀ ਕੀ ਕਰੀਏ ਤੇ ਕੀ ਨਾ। ਸਾਡੇ ਤੇ ਦਿਮਾਗ ਉਤਰਿਆਂ ਨੇ ਖਰਾਬ ਕਰ ਛੜੇ ਨੇ। ਫਿਰ ਧਮਕੀਆਂ ਦਿੰਦੇ ਨੇ, ਉਹਦੇ ਕਾਂਗਰਸ ਦੀਆਂ ਧਮਕੀਆਂ ਦਿੰਦੇ ਨੇ, ਧਮਕੀਆਂ ਦੇ ਕੇ ਤੇ ਅਗਲੇ ਨੂੰ ਤੁਸੀਂ ਮਾਰੀ ਜਾਓਗੇ। ਅੱਛਾ, ਕਾਂਗਰਸ ਦੇ ਲੀਡਰਾਂ ਦਾ ਕਹਿੰਦੇ ਆ? ਹਾਂਜੀ, ਆ ਕਾਕੇ ਦੱਸਿਆ ਤਾਂ ਹੈ ਜੀ, ਇਹਨੂੰ ਕਹਿੰਦੇ ਨੇ ਵੀ ਉਹਦੀ ਧਮਕੀ ਦਿੰਦੇ ਨੇ। ਅਸੀਂ ਰਾਤ ਦਿਨ ਧੱਕੇ ਖਾਣੇ ਫਿਰਨੇ ਆ, ਤੇ ਉਹ ਆਪਣੇ ਰਮਾਨ ਨਾਲ ਬੈਠੇ ਨੇ। ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਅਰੈਸਟ ਕਰਨਾ ਚਾਹੀਦਾ, ਅਰੈਸਟ ਕਰਕੇ ਉਹਨਾਂ ਨੂੰ ਅੰਦਰ ਕਰਨ। ਢਿੱਲੀ ਕਾਰਵਾਈ ਲੱਗਦੀ ਹੈ, ਪੁਲਿਸ ਵੀ ਥੋੜੀ ਢਿੱਲੀ ਕਾਰਵਾਈ ਵਰਤ ਰਹੀ ਹੈ। ਹੁਣ ਪਤਾ ਨਹੀਂ ਹੋਇਆ, ਤਾਂ ਹੁਣ ਉਹਨਾਂ ਨੂੰ ਇੱਥੇ ਤਾਂ ਕਹਿੰਦੇ ਸੀ ਸਖਤਾਈ ਦਿਆਂਗੇ, ਹੁਣ ਉਹ ਤੇ ਹੁਣ ਉਹਨਾਂ ਨੂੰ ਪਤਾ ਵੀ ਕੀ ਕਰਦੇ ਨੇ ਤੇ ਕੀ ਨਹੀਂ ਕਰਦੇ। ਤੁਸੀਂ ਕੀ ਮੰਗ ਕਰਦੇ ਹੋ? ਇਹ ਬੱਚੀਆਂ, ਇਹ ਤੁਹਾਡਾ ਬੇਟਾ ਹੈ, ਇਨਸਾਫ ਮਿਲਣਾ ਹੈ ਜਾਂ ਨਹੀਂ ਮਿਲਣਾ, ਜਾਂਚ ਦਾ ਵਿਸ਼ਾ ਹੈ, ਕਾਰਵਾਈ, ਪਰਚਾ ਵੀ ਦਰਜ ਹੋਇਆ, ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਇਨਸਾਫ ਹੀ ਮੰਗਣੇ ਆ, ਪਹਿਲਾਂ ਸਜ਼ਾ ਹੋਣੀ ਚਾਹੀਦੀ ਹੈ।
ਤਾਂ ਇੱਕ ਮਾਂ ਦੇ ਹੰਝੂ ਵੀ ਨਹੀਂ ਰੁਕ ਰਹੇ ਆਪਣੇ ਪੁੱਤ ਦੀ ਇਸ ਹਾਲਤ ਨੂੰ ਦੇਖ ਕੇ। ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਬੇਸ਼ੱਕ ਪਰਚਾ ਵੀ ਇਸ ਮਾਮਲੇ ਦੇ ਵਿੱਚ ਦਰਜ ਹੋ ਗਿਆ, ਪਰ ਮੰਗ ਇਹੀ ਹੈ ਕਿ ਜਿਨ੍ਹਾਂ ਦੇ ਉੱਤੇ ਇਲਜ਼ਾਮ ਨੇ ਉਹਨਾਂ ਲੋਕਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਵੱਡੀ ਗੱਲ ਹੈ ਕਿ ਕਾਂਗਰਸ ਦੇ ਵੱਡੇ ਲੀਡਰ, ਉਹਨਾਂ ਦਾ ਜ਼ਿਕਰ ਇਸ ਪੂਰੀ ਘਟਨਾ ਦੇ ਵਿੱਚ ਆ ਰਿਹਾ। ਹਾਲਾਂਕਿ ਇਸ ਦੇ ਵਿੱਚ ਸੱਚਾਈ ਕਿੰਨੀ ਹੈ ਇਹ ਵੀ ਜਾਂਚ ਦਾ ਵਿਸ਼ਾ ਹੈ। ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ, ਇਨਵੈਸਟੀਗੇਸ਼ਨ ਦਾ ਪਾਰਟ ਹੈ। ਜਿਸ ਤਰੀਕੇ ਦੇ ਇਲਜ਼ਾਮ ਨੇ, ਇਲਜ਼ਾਮਾਂ ਦੇ ਉੱਤੇ ਜੋ ਵੀ ਕਾਰਵਾਈ ਆ ਉਹ ਪੁਲਿਸ ਦੇ ਵੱਲੋਂ ਕੀਤੀ ਜਾਣੀ ਹੈ ਔਰ ਫਿਰ ਉਸ ਤੋਂ ਬਾਅਦ ਇਨਸਾਫ ਜਿਹੜਾ ਮਾਨਯੋਗ ਕੋਰਟ ਦੇ ਵਿੱਚ ਮਿਲਣਾ ਹੈ। ਪਰ ਵੱਡੀ ਗੱਲ ਹੈ ਵੀ ਜਿੱਥੇ ਕੈਪਟਨ ਸਰਕਾਰ ਜਾਂ ਉਹਨਾਂ ਦੇ ਲੀਡਰ ਪੰਜਾਬ ਦੇ ਵਿੱਚ ਇਨਸਾਫ ਦੇਣ ਦੀ ਗੱਲ ਕਰਦੇ ਨੇ ਜਾਂ ਪੰਜਾਬ ਦੇ ਵਿੱਚ ਲੋਕਾਂ ਨੂੰ ਬਣਦੇ ਹੱਕ ਦੇਣ ਦੀ ਗੱਲ ਕਰਦੇ ਨੇ, ਲੋਕਾਂ ਨੂੰ ਸਹੂਲਤਾਂ ਦੇਣ ਦੀ ਗੱਲ ਕਰਦੇ ਨੇ, ਤਾਂ ਉੱਥੇ ਹੀ ਅੱਜ ਉਹਨਾਂ ਦੇ ਇੱਕ ਵੱਡੇ ਲੀਡਰ ਦੇ ਉੱਤੇ ਵੱਡੇ ਇਲਜ਼ਾਮ ਲੱਗ ਰਹੇ ਨੇ ਵੀ ਉਸ ਦੀ ਸ਼ਹਿ ਦੇ ਉੱਤੇ ਹੀ ਅੱਜ ਮੈਨੂੰ ਇਨਸਾਫ ਨਹੀਂ ਮਿਲ ਰਿਹਾ। ਜੇ ਮੇਰੇ ਨਾਲ ਇੰਨੀ ਵਧੀਕੀ ਹੋਈ ਹੈ ਤਾਂ ਉਹਨਾਂ ਦੀ ਸ਼ਹਿ ਦੇ ਉੱਤੇ ਹੋਈ ਹੈ। ਸਤਨਾਮ ਸਿੰਘ ਜੀ, ਹੁਣ ਮੰਗ ਕੀ ਕਰਦੇ ਹੋ ਤੁਸੀਂ? ਤੁਹਾਡੀ ਇੰਨਾ ਜਿਹੜਾ ਦੁੱਖ ਸਹਿਣਾ ਪਿਆ, ਇੰਨਾ ਕਸ਼ਟ ਸਹਿਣਾ ਪਿਆ, ਹੁਣ ਕੀ ਮੰਗ ਕਰਦੇ ਹੋ? ਮੰਗ ਭਾਜੀ ਇਹੋ ਹੀ ਉਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ, ਠੀਕ ਹੈ। ਤੇ ਬਾਕੀ ਕਹਿੰਦੇ ਵੀ ਇਹੀ ਬੰਦਾ ਲੱਭਣ ਨਹੀਂ ਦਿਆ ਹੈਗਾ, ਠੀਕ ਹੈ। ਚਲੋ ਉਹ ਤਾਂ ਮੇਰੀ ਕਿਸਮਤ ਵਧੀ ਤੇ ਚਲੋ ਮੈਂ ਲੱਭ ਗਿਆ, ਚਲੋ ਠੀਕ ਹੈ। ਮੁੜ ਕੇ ਜਿੱਦਾਂ ਇਹਨਾਂ ਬਹਾਨਾ ਲਾਤਾ ਸੀ ਜੀ, ਉਹ ਤਾਂ ਕਨੈਕਟਰ ਗੱਡੀ ਲੈ ਗਿਆ, ਕਨੈਕਟਰ ਤਾਂ ਮੇਰੇ ਨਾਲ ਹੈ ਹੀ ਨਹੀਂ ਹੈਗਾ। ਉਹ ਤਾਂ ਉੱਥੋਂ ਜਿੱਥੋਂ ਮੈਂ ਗੱਡੀ ਭਰੀ ਉੱਥੋਂ ਪਤਾ ਲੱਗ ਜਾਣਾ ਵੀ ਕਨੈਕਟਰ ਇਹਨਾਂ ਹੈ ਕਿ ਨਹੀਂ ਹੈਗਾ। ਇੱਥੋਂ ਹੀ ਭਰ ਕੇ ਗਿਆ, ਉੱਥੋਂ ਭਰ ਕੇ ਆਇਆ ਮੈਂ ਫਰੀਦਾਬਾਦ ਤੋਂ, ਤਾਂ ਪਤਾ ਲੱਗ ਹੀ ਜਾਣਾ ਹੈ। ਇਹ ਕਹਿੰਦੇ ਜੀ ਇਹ ਤਾਂ ਕਨੈਕਟਰ ਗੱਡੀ ਛੱਡ ਕੇ ਗਿਆ ਰਾਤ ਨੂੰ 1 ਵਜੇ। ਦੱਸੋ ਮੈਨੂੰ ਵੀ ਕਨੈਕਟਰ ਨੇ ਗੱਡੀ ਕਿੱਥੋਂ ਛੱਡ ਕੇ ਆ ਜਾਣੀ ਸੀ? ਜਦੋਂ ਗੱਡੀ ਮੈਂ ਲੈ ਕੇ ਆ ਰਿਹਾ, ਮੈਨੂੰ ਪਤਾ, ਮੈਂ ਦੱਸਦਾ ਵਾਂ, ਕਨੈਕਟਰ ਨੂੰ ਕਿਸੇ ਨੂੰ ਕੀ ਪਤਾ? ਮੈਨੂੰ ਪਤਾ ਵੀ ਮੈਂ ਕਿੰਨਾ ਚਿਰ ਕਿੱਥੇ ਰੁਕਿਆ, ਕਿੱਥੇ ਨਹੀਂ ਰੁਕਿਆ। ਮੈਂ ਗੱਡੀ ਦੀ ਲੋਕੇਸ਼ਨ, ਤੁਹਾਡੇ ਫੋਨ ਦੀ ਲੋਕੇਸ਼ਨ ਵੀ ਆ ਜਾਣੀ? ਹਾਂਜੀ, ਉਹ ਤਾਂ ਪਤਾ ਲੱਗ ਜਾਣਾ ਭਾਜੀ, ਉਸੇ ਵੇਲੇ ਪਤਾ ਲੱਗ ਜਾਣਾ। ਉਹੀ ਗੱਲ ਕਹਿੰਦਾ ਮੈਂ, ਲੋਕੇਸ਼ਨ ਕਢਾਓ ਨਾ, ਪਤਾ ਲੱਗ ਜੂਗਾ। ਹਾਂ ਵੀ ਮੇਰੇ ਲਾਗੇ ਕਹਿੰਦੇ ਵੀ ਅਸੀਂ ਨਹੀਂ, ਹੁਣ ਨਹੀਂ ਮੰਨਦਾ, ਪਹਿਲਾਂ ਮੁੜ ਕੇ ਮੰਨ ਕੇ ਕਹਿੰਦਾ ਹਾਂ ਮੈਂ ਹੈਗਾ ਸੀ, ਠੀਕ ਹੈ। ਮੈਂ ਇਹੋ ਗੱਲ ਕਹੀ, ਮੈਂ ਕਿਹਾ ਤੁਸੀਂ ਲੋਕੇਸ਼ਨ ਕਢਾਓ ਵੀ ਮੇਰੇ ਕੋਲ ਕੌਣ ਸੀ ਉਸ ਟਾਈਮ, ਕਿਹੜਾ ਫੋਨ ਮੇਰੇ ਕੋਲ ਮੌਜੂਦ ਸੀ ਜਦੋਂ ਮੈਨੂੰ ਚੱਕਿਆ, ਇੰਨੇ ਘੰਟੇ ਮੇਰੇ ਕੋਲ ਕਿਹੜਾ ਫੋਨ ਚੱਲਦਾ ਪਿਆ ਸੀ, ਆਪੇ ਪਤਾ ਲੱਗ ਜਾਣਾ। ਤਾਂ ਬਿਲਕੁਲ ਪੀੜਤ ਸਤਨਾਮ ਸਿੰਘ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਇੱਥੋਂ ਤੱਕ ਕਿਹਾ ਗਿਆ ਹੈ ਵੀ ਮੇਰੇ ਉੱਤੇ ਹੁਣ ਇੱਦਾਂ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਵੀ ਉਹ ਐਕਸੀਡੈਂਟ ਹੋਇਆ ਸੀਗਾ, ਮੈਂ ਉੱਥੋਂ ਗੱਡੀ ਛੱਡ ਕੇ ਭੱਜ ਗਿਆ ਜਾਂ ਕੋਈ ਗੱਡੀ ਹੋਰ ਲੈ ਕੇ ਆਇਆ ਇੱਥੇ। ਤਾਂ ਸਾਫ਼ ਦੇ ਉੱਤੇ ਫੈਕਟਸ ਰੱਖ ਰਹੇ ਨੇ ਸਤਨਾਮ ਸਿੰਘ ਹੋਰੀ ਵੀ ਮੇਰੇ ਫੋਨ ਦੀ ਲੋਕੇਸ਼ਨ ਕਢਾ ਲਓ, ਮੇਰੇ ਜਿਹੜਾ ਫੋਨ ਦੇ ਨੇੜੇ ਤੇੜੇ ਬੰਦੇ ਸੀਗੇ ਜਾਂ ਜਿਨ੍ਹਾਂ ਦੀਆਂ ਕਾਲਾਂ ਆਈਆਂ ਸੀ ਉਹਨਾਂ ਦੀਆਂ ਲੋਕੇਸ਼ਨਾਂ ਕਢਾ ਲਓ, ਤਾਂ ਸਾਰੇ ਸੱਚ ਦਾ ਸੱਚ ਸਾਹਮਣੇ ਆ ਜਾਏਗਾ। ਪਰ ਇਨਸਾਫ ਦੀ ਗੁਹਾਰ ਸਤਨਾਮ ਸਿੰਘ ਹੋਰਾਂ ਦੇ ਵੱਲੋਂ ਲਗਾਈ ਗਈ ਹੈ ਵੀ ਜਲਦ ਤੋਂ ਜਲਦ ਇਹਨਾਂ ਮੁਲਜ਼ਮਾਂ ਨੂੰ ਪੁਲਿਸ ਗ੍ਰਿਫਤਾਰ ਕਰੇ ਔਰ ਇਸ ਨੂੰ ਜਿਹੜਾ ਸਤਨਾਮ ਸਿੰਘ ਹੈ ਉਸ ਨੂੰ ਬਣਦਾ ਇਨਸਾਫ ਜਿਹੜਾ ਉਹ ਮਿਲ ਸਕੇ। ਪਰ ਵੱਡੀ ਗੱਲ ਹੈ, ਬੜੀ ਦੁਖਦਾਈ ਘਟਨਾ ਹੈ ਕਿ ਅੱਜ ਪੰਜਾਬ ਦੇ ਵਿੱਚ ਜਿੱਥੇ ਸੁਰੱਖਿਆ ਦੀ ਗੱਲ ਹੋ ਰਹੀ ਹੈ ਤਾਂ ਉੱਥੇ ਹੀ ਸਾਡੇ ਇੱਕ ਡਰਾਈਵਰ ਵੀਰ ਦੇ ਨਾਲ ਇੰਨੀ ਅਣਮਨੁੱਖੀ ਤਸ਼ੱਦਦ ਉਸ ਦੇ ਉੱਤੇ ਢਾਇਆ ਜਾਂਦਾ, ਜਿਹੜਾ ਦਿਨ ਰਾਤ ਆਪਣੇ ਬੱਚਿਆਂ ਦੇ ਲਈ, ਆਪਣੇ ਪਰਿਵਾਰ ਦੇ ਲਈ ਸੜਕਾਂ ਦੇ ਉੱਤੇ ਜਾਗਦਾ ਹੈ, ਲੰਬੇ ਰੂਟਾਂ ਦੇ ਉੱਤੇ ਗੱਡੀਆਂ ਚਲਾਉਂਦਾ ਹੈ 12-12 15-15 ਘੰਟੇ, ਤਾਂ ਉਸ ਨੂੰ ਸਿਲੇ ਦੇ ਵਜੋਂ ਕੀ ਮਿਲਦਾ ਹੈ? ਇੰਨੇ ਡੂੰਘੇ ਜ਼ਖਮ, ਔਰ ਜ਼ਖਮਾਂ ਤੋਂ ਬਾਅਦ ਕਿੱਡੀ ਇਹ ਮਾੜੀ ਗੱਲ ਹੈ, ਕਿੱਡੀ ਦੁੱਖ ਵਾਲੀ ਗੱਲ ਹੈ ਕਿ ਉਸਦੇ ਜ਼ਖਮਾਂ ਦੇ ਉੱਤੇ ਨਮਕ ਲਗਾਇਆ ਜਾਂਦਾ ਤਾਂ ਜੋ ਉਸ ਨੂੰ ਹੋਰ ਤਕਲੀਫ ਹੋਵੇ ਔਰ ਉਹ ਈਨ ਮੰਨੇ। ਤਾਂ ਸ਼ਾਇਦ ਇਹੀ ਕਾਰਨ ਸੀਗਾ ਕਿ ਸਤਨਾਮ ਸਿੰਘ ਦੇ ਨਾਲ ਵੀ ਇਹ ਸਾਰਾ ਕੁਝ ਹੋਇਆ। ਈਨ ਨਹੀਂ ਮੰਨੀ ਹੋਊਗੀ, ਇੱਕ ਗਲਤੀ ਇਨਸਾਨ ਕਰ ਵੀ ਲਵੇ ਤਾਂ ਕਾਨੂੰਨ ਹੈਗਾ, ਕਾਨੂੰਨ ਦੇ ਤਹਿਤ ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਪਰ ਕਿਤੇ ਵੀ ਅਜਿਹਾ ਨਹੀਂ ਲਿਖਿਆ ਕਿ ਅਸੀਂ ਉਸ ਦੇ ਨਾਲ ਅਣਮਨੁੱਖੀ ਤਸ਼ੱਦਦ ਢਾਈਏ, ਉਸ ਨੂੰ ਮਾਰੀਏ ਕੁੱਟੀਏ, ਉਸ ਦੇ ਉੱਤੇ ਹਮਲਾ ਇਸ ਤਰੀਕੇ ਦੇ ਨਾਲ ਕਰੀਏ, ਉਹਦੇ ਜ਼ਖਮਾਂ ਦੇ ਉੱਤੇ ਨਮਕ ਛਿੜਕੀਏ। ਤਾਂ ਬਹੁਤ ਵੱਡੀ ਗੱਲ ਹੈ। ਜਿਹੜੀ ਜਲੰਧਰ ਪੁਲਿਸ ਕਮਿਸ਼ਨਰੇਟ ਹੈ ਉਹਨਾਂ ਨੂੰ ਵੀ ਅਪੀਲ ਇਹੀ ਹੈ ਕਿ ਇਸ ਮਾਮਲੇ ਦੀ ਜਿੰਨੀ ਜਿਹੜੀ ਹੈ ਨਿਰਪੱਖਤਾ ਦੇ ਨਾਲ ਜਾਂਚ ਹੋ ਸਕਦੀ ਹੈ ਉਹ ਜਾਂਚ ਕੀਤੀ ਜਾਵੇ ਔਰ ਬਣਦੇ ਜਿਹੜੇ ਮੁਲਜ਼ਮ ਨੇ ਜਿਹੜੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਕੇ, ਹਾਲਾਂਕਿ 307 ਦਾ ਪਰਚਾ ਦਰਜ ਕਰ ਦਿੱਤਾ ਗਿਆ, ਪਰ ਉਹਨਾਂ ਨੂੰ ਜਲਦੀ ਤੋਂ ਜਲਦੀ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਹਮੀਰਾ।